ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਿ ਅਭਿਆਸ ਕਰਾਇਆ ਅਤੇ ਸਾਥ ਸਾਥ ਸਿਮਰਨ ਦੇ ਨਾਲ ਨਾਲ ਸਾਨੂੰ ਭੇਦ ਗੁਰਬਾਣੀ 'ਚ ਮਹਾਰਾਜ ਨੇ ਦੱਸਿਆ ਹੋਇਆ ਕਿ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ, ਕਿ ਜਦੋਂ ਅਸੀਂ ਸਾਥ ਸਾਥ ਸਿਮਰਨ ਕਰਦੇ ਹਾਂ ਕਿ ਸਾਡੀ ਜਿਹੜੀ ਚਿੰਤਾਵਾਂ ਆ, ਫਿਕਰ ਨੇ ਮਨ ਦੇ, ਉਤਰ ਜਾਂਦੇ ਆ। ਮਨ ਸਾਡਾ ਵਿਚਾਰਾਂ ਤੋਂ ਰਹਿਤ ਹੋ ਜਾਂਦਾ ਹੈ। ਇਸ ਤਰੀਕੇ ਨਾਲ ਅਸੀਂ ਸਿਮਰਨ ਕਰਨਾ ਆ। ਅਤੇ ਗੁਰਮੁਖਾਂ ਨੇ ਸਵਾਲ ਇੱਕ ਪੁੱਛਿਆ ਕਾਮੈਂਟਸ ਦੇ ਵਿੱਚ, ਕਹਿੰਦੇ ਨਵਾਂ ਜੇ ਕੋਈ ਸਿਮਰਨ ਕਰਨ ਲੱਗਾ ਹੋਵੇ ਉਹ ਕਿਵੇਂ ਕਰੇ ਸਿਮਰਨ ਅਭਿਆਸ। ਜੇ ਕੋਈ ਨਵਾਂ ਸ਼ੁਰੂ ਕਰ ਰਿਹਾ ਉਹ ਸਿਰਫ ਸਾਸਗ੍ਰਾਸ ਸਿਮਰਨ ਕਰਿਆ ਕਰਨ, ਇਸ ਤਰੀਕੇ ਦੇ ਨਾਲ ਕਿ ਆਪਣਾ ਜਿਹੜਾ ਆਵਾਜ਼ ਵਿੱਚ ਧਿਆਨ ਰੱਖਣਾ। ਜਦੋਂ ਕਹਿਣਾ ਵਾਹੇ, ਪੇਟ ਨੂੰ ਥੋੜ੍ਹਾ ਜਿਹਾ ਅੰਦਰ ਨੂੰ ਖਿੱਚ ਲੈਣਾ, ਗੁਰੂ 'ਤੇ ਛੱਡ ਦੇਣਾ। ਇਹਦੇ ਨਾਲ ਜਿਹੜੀ ਪੌਣ ਆ ਉਹਦਾ ਵਹਾਅ ਪੂਰੀ ਤਰ੍ਹਾਂ ਨਾਭੀ ਤੱਕ ਪਹੁੰਚੂਗਾ ਅਤੇ ਆਪਣੀ ਆਵਾਜ਼ ਦੇ ਵਿੱਚ ਧਿਆਨ ਰੱਖ ਕੇ ਵਿਚਾਰਾਂ ਤੋਂ ਮਨ ਰਹਿਤ ਹੋਣ ਲੱਗ ਪਊਗਾ। ਜਦੋਂ ਇੱਦਾਂ ਵਿਚਾਰਾਂ ਤੋਂ ਰਹਿਤ ਹੁੰਦੇ ਆ ਤਾਂ ਕੋਸ਼ਿਸ਼ ਕਰਨੀ ਆ ਕਿ ਇਸ ਤਰੀਕੇ ਨਾਲ ਸਹਿਜ ਵਿੱਚ ਅਭਿਆਸ ਕਰਨਾ ਕਿ ਅਸੀਂ ਕਰਦੇ ਕਰਦੇ ਸੌਂ ਜਾਈਏ, ਵਿਚਾਰਾਂ ਤੋਂ ਰਹਿਤ ਹੋ ਜਾਈਏ। ਜਦੋਂ ਅਸੀਂ ਇੱਕ ਚਿੱਤ ਹੋ ਕੇ ਅਭਿਆਸ ਕਰਦੇ ਹਾਂ, ਜੇਕਰ ਅਸੀਂ ਤੁਰਦੇ ਫਿਰਦੇ ਜਾਂ ਕੋਈ ਕੰਮ ਕਰਦੇ ਕਰਦੇ ਅਭਿਆਸ ਕਰ ਰਹੇ ਹਾਂ, ਉਦੋਂ ਅਸੀਂ ਇੱਕ ਚਿੱਤ ਨਹੀਂ ਹੋਣਾ, ਉਦੋਂ ਸਮਦ੍ਰਿਸ਼ਟ ਰਹਿਣਾ ਹੁੰਦਾ। ਸਮਦ੍ਰਿਸ਼ਟੀ ਦੇ ਵਿੱਚ ਕੀ ਹੁੰਦਾ ਕਿ ਅਸੀਂ ਅਭਿਆਸ ਕਰ ਰਹੇ ਹੁੰਦੇ, ਪਰ ਅੱਖਾਂ ਖੋਲ੍ਹ ਕੇ ਅਸੀਂ ਆਪਣਾ ਕਰਮ ਵੀ ਕਰ ਰਹੇ ਹਾਂ। ਅਸੀਂ ਕੋਈ ਵੀ ਕਰਮ ਕਰਦੇ ਕਰਦੇ ਨਾਲ ਨਾਲ ਫਿਰ ਇੱਦਾਂ ਅਭਿਆਸ ਕਰ ਸਕਦੇ ਹਾਂ। ਸਾਡਾ ਅੱਧਾ ਸਵਾਸ ਉਸ ਵੇਲੇ ਉਸ ਦੀ ਬੱਚਤ ਹੋ ਰਹੀ ਆ। ਜਦੋਂ ਅਸੀਂ ਪੂਰੀ ਤਰ੍ਹਾਂ ਇਕਾਗਰ ਹੋਣਾ ਆ, ਇੱਕ ਚਿੱਤ ਹੋ ਕੇ ਅਭਿਆਸ ਕਰਨਾ ਆ, ਉਦੋਂ ਅੱਖਾਂ ਬੰਦ ਕਰਕੇ ਬੈਠ ਕੇ ਗਿਆਨ ਇੰਦਰੀਆਂ ਦਾ ਨਹੀਂ ਇਸਤੇਮਾਲ ਕਰ ਰਹੇ, ਉਦੋਂ ਪੂਰੇ ਦਾ ਪੂਰੇ ਸਵਾਸ ਨੂੰ ਅਸੀਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਜੇਕਰ ਕਿਸੇ ਨੇ ਨਵੇਂ ਨੇ ਸ਼ੁਰੂ ਕਰਨਾ ਆ ਅਭਿਆਸ, ਜ਼ਿਆਦਾ ਸਾਸਗ੍ਰਾਸ ਸਿਮਰਨ ਹਜੇ ਕਰਿਆ ਕਰੋ। ਜਦੋਂ ਸੰਗਤ ਦੇ ਰੂਪ ਦੇ ਵਿੱਚ ਤਾਂ ਸਾਸ ਵੀ ਕਰਦੇ ਹਾਂ, ਉਦੋਂ ਕਰ ਸਕਦੇ ਹਾਂ ਨਾਲ, ਪਰ ਜਦੋਂ ਅਲੋਨ ਇਕੱਲਿਆਂ ਨੇ ਅਭਿਆਸ ਕਰਨਾ, ਫਿਰ ਆਪਣੇ ਸਾਸਗ੍ਰਾਸ ਸਿਮਰਨ ਕਰਿਆ ਕਰੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸ ਤਰੀਕੇ ਨਾਲ ਸਹਿਜ ਦੇ ਵਿੱਚ। ਗੁਰਮੁਖ ਇੱਕ ਪੁੱਛ ਰਿਹਾ ਕਿ ਪਿਛਲੇ ਹਫ਼ਤੇ ਜਿਹੜਾ ਸਵਾਲ ਸੀਗਾ ਕੀਤਾ, ਉਹ ਬੁਝਾਰਤ ਭਾਈ ਸੀਗੀ ਕਿ ਬੋਰਡ ਦਾ ਰੁੱਖ ਆ ਕਿ ਸਹੀ ਹੈ ਕਿ ਨਹੀਂ, ਉਹਦੇ ਬਾਰੇ ਅੱਜ ਵਿਚਾਰ ਕਰਨੀ ਹੈ। ਪਿਛਲੇ ਹਫ਼ਤੇ ਪਿਛਲੇ ਵੀਕਐਂਡ ਬੁਝਾਰਤ ਪਾਈ ਸੀਗੀ ਕਿ ਇੱਕ ਪੰਛੀ ਆ। ਪੰਛੀ ਜਿਹੜਾ ਆ ਉਹ ਇੱਕ ਦਰੱਖਤ ਵਿੱਚ ਰਹਿੰਦਾ ਆ, ਪਰ ਉਹ ਦਰੱਖਤ ਅਜੀਬ ਜਿਹਾ ਆ ਕਿ ਉਹਦੇ ਜਿਹੜੀਆਂ ਜੜ੍ਹਾਂ ਉੱਪਰ ਨੂੰ ਅਤੇ ਉਹਦੇ ਜਿਹੜੀਆਂ ਸ਼ਾਖਾਂ ਆ, ਟਾਹਣੀਆਂ ਆ, ਉਹ ਨੀਚੇ ਨੂੰ ਆ। ਅਤੇ ਇਹ ਕਿਹਾ ਸੀ ਕਿ ਬੁੱਝੋ ਕਿ ਉਹ ਪੰਛੀ ਕੌਣ ਆ ਅਤੇ ਉਹ ਦਰੱਖਤ ਕਿਹੜਾ ਆ। ਅਤੇ ਜਦੋਂ ਅਸੀਂ ਗੁਰਬਾਣੀ ਦੀ ਖੋਜ ਕਰਦੇ ਹਾਂ, ਗੁਰੂ ਸਾਹਿਬਾਂ ਨੇ ਅਤੇ ਭਗਤਾਂ ਨੇ, ਉਹਨਾਂ ਨੇ ਕਾਫੀ ਵਾਰ ਸਾਨੂੰ ਵਿੱਚ ਬੁਝਾਰਤਾਂ ਪਾਈਆਂ ਹੋਈਆਂ। ਜਿਵੇਂ ਕਿ ਮਹਾਰਾਜ ਨੇ ਕਿਹਾ ਹੈ ਕਿ ਸਾਡਾ ਪਿੰਡ ਜਿਹੜਾ ਆ 10 ਦੁਆਰਾਂ ਦਾ ਆ, ਅਤੇ ਅਸੀਂ ਬੁੱਝਣਾ ਹੁੰਦਾ ਕਿ ਇਹ ਕਿਵੇਂ ਬਣਿਆ। ਮਹਾਰਾਜ ਕਹਿੰਦੇ ਆ, ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ, 9 ਦਰਵਾਜੇ 10ਵਾਂ ਦੁਆਰ, ਬੁੱਝ ਰਹੇ ਗਿਆਨੀ ਇਹ ਵਿਚਾਰ। ਕਿ ਪੌਣ ਪਾਣੀ ਅਤੇ ਅਗਨੀ ਦਾ ਮਿਲਾਪ ਕਰਾਇਆ ਹੋਇਆ, 9 ਦਰਵਾਜ਼ੇ ਜਿਹੜੇ ਪ੍ਰਗਟ ਕੀਤੇ ਆ, 10ਵਾਂ ਅਸਲ ਵਿੱਚ ਗੁਪਤ ਆ, ਪਰ 10 ਦਰਵਾਜ਼ਿਆਂ ਦਾ ਪਿੰਡ ਤਿਆਰ ਕੀਤਾ। ਅਤੇ ਇਸ ਨੂੰ ਅਸੀਂ ਬੁੱਝਣਾ ਹੁੰਦਾ ਕਿ ਕਿਵੇਂ ਇਹ ਤਿਆਰ ਹੋਇਆ। ਕਹਤਾ ਬਖਤਾ ਸੁਣਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ, ਕਿ ਜਿਹੜਾ ਗਿਆਨੀ ਆ ਉਹ ਫਿਰ ਨਾਲ ਨਾਲ ਵਿਚਾਰ ਕਰਦਾ ਹੈ ਕਿ ਇਹਦੇ ਵਿੱਚ ਬੋਲਣ ਵਾਲਾ, ਸੁਣਨ ਵਾਲਾ ਕੌਣ ਆ। ਇੱਦਾਂ ਬੁਝਾਰਤਾਂ ਮਹਾਰਾਜ ਨੇ ਗੁਰਬਾਣੀ ਵਿੱਚ ਪਾਈਆਂ ਹੋਈਆਂ। ਅਤੇ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ
ਮੋਗੇ ਉੱਥੇ ਸੰਗਤ ਕਰਦੇ ਸੀ ਤਾਂ ਪਿਤਾ ਜੀ ਹੁਣੀ ਵੀ ਇੱਦਾਂ ਬੁਝਾਰਤਾਂ ਪਾ ਦਿੰਦੇ ਸੀਗੇ ਜੋ ਗੁਰਬਾਣੀ ਦੇ ਵਿੱਚ ਹੀ ਸਾਨੂੰ ਭਗਤਾਂ ਨੇ ਪਾਈਆਂ ਹੋਈਆਂ, ਅਤੇ ਫਿਰ ਅਸੀਂ ਬੁੱਝਣਾ ਹੁੰਦਾ ਸੀ। ਇੱਦਾਂ ਹੀ ਪਿਛਲੇ ਹਫ਼ਤੇ ਇੱਕ ਬੁਝਾਰਤ ਪਾਈ ਕਿ ਪੰਛੀ ਆ ਇੱਕ ਦਰਖਤ ਵਿੱਚ ਰਹਿੰਦਾ, ਪਰ ਉਹ ਦਰਖਤ ਦੀਆਂ ਜੜ੍ਹਾਂ ਜਿਹੜੀਆਂ ਉੱਪਰ ਨੂੰ ਆ ਅਤੇ ਸ਼ਾਖਾਂ ਜਿਹੜੀਆਂ ਥੱਲੇ ਨੂੰ ਆ, ਨੀਚੇ ਨੂੰ। ਅਤੇ ਕਈ ਗੁਰਮੁਖਾਂ ਦੇ ਐਂਸਰ ਆਏ, ਅਤੇ ਅਸੀਂ ਕੀ ਕਰਨਾ ਹੁੰਦਾ ਕਿ ਉਹ ਵਿਚਾਰ ਕਰਨੀ ਹੁੰਦੀ ਗੁਰਬਾਣੀ ਰਾਹੀਂ ਕਿ ਬੁਝਾਰਤ ਕੋਈ ਵੀ ਮਹਾਰਾਜ ਨੇ ਪਾਈ ਹੋਵੇ ਗੁਰਬਾਣੀ ਵਿੱਚ, ਕਿ ਉਹਨੂੰ ਬੁੱਝੀਏ, ਗੁਰਬਾਣੀ ਦੀ ਖੋਜ ਗੁਰਬਾਣੀ ਦੁਆਰਾ ਕਰੀਏ। ਮਹਾਰਾਜ ਨੇ ਗੁਰਬਾਣੀ 'ਚ ਸਾਨੂੰ ਸਮਝਾ ਦਿੱਤਾ ਕਿ ਗੁਰਬਾਣੀ ਮਹਾਂਪੁਰਖਾਂ ਦਾ ਪ੍ਰੈਕਟੀਕਲ ਹੁੰਦਾ, ਭਗਤਾਂ ਦਾ, ਗੁਰੂ ਸਾਹਿਬਾਨਾਂ ਦਾ। ਅਤੇ ਮਹਾਰਾਜ ਕਹਿੰਦੇ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਗੁਰਬਾਣੀ ਦਾ ਵਾਸਾ ਹੁੰਦਾ ਨਿਜ ਘਰ ਦੇ ਵਿੱਚ, ਚੌਥੇ ਪਦ ਦੇ ਵਿੱਚ। ਅਤੇ ਸਾਨੂੰ ਆਪਣਾ ਅਭਿਆਸ ਕਰਨਾ ਪੈਂਦਾ, ਨਾਲ ਸਾਨੂੰ ਚੌਥੇ ਪਦ ਦੀ ਵਿਚਾਰ ਕਰਨੀ ਪੈਂਦੀ ਹੈ। ਗੁਰਬਾਣੀ ਦੇ ਅਰਥ ਅਸੀਂ ਜਦੋਂ ਦੇਖਣੇ ਹੁੰਦੇ ਆ, ਗੁਰਬਾਣੀ ਦੀ ਜਦੋਂ ਅਸੀਂ ਖੋਜ ਕਰਨੀ ਹੈ, ਗੁਰਬਾਣੀ ਰਾਹੀਂ ਹੀ ਗੁਰਬਾਣੀ ਆਪਣੇ ਅਰਥ ਕਰਦੀ ਹੈ। ਤਾਂ ਹੀ ਪਿਤਾ ਜੀ ਨੇ ਸਾਨੂੰ ਸਮਝਾਇਆ ਸੀ ਕਿ ਜਿਹੜੇ ਵੀ ਗੁਰਮੁਖ ਆ ਉਹ ਗੁਰਬਾਣੀ ਦੀ ਵਿਚਾਰ ਕਰਦੇ ਆ, ਪਰ ਗੁਰਬਾਣੀ ਦੇ ਵਿੱਚੋਂ ਕੋਸ਼ਿਸ਼ ਕਰਨੀ ਹੁੰਦੀ ਕਿ ਸਮਝਣਾ ਕਿ ਇਹ ਕੀ ਖੇਡ ਬਣਾਈ ਹੋਈ ਹੈ ਪ੍ਰਮਾਤਮਾ ਨੇ, ਇਹ ਮਾਇਆ ਜਿਹੜੀ ਤਿਆਰ ਕੀਤੀ ਹੋਈ ਆ ਕਿਵੇਂ ਦੀ ਆ। ਹੁਣ ਨਾਲ ਨਾਲ ਫਿਰ ਅਸੀਂ ਬੁੱਝਣਾ ਹੁੰਦਾ ਕਿ ਆਪਣੇ ਪ੍ਰਮਾਤਮਾ ਮਾਲਕ ਨਾਲ ਮਿਲਾਪ ਕਿਵੇਂ ਕਰਨਾ। ਸਾਡਾ ਜਿਹੜਾ ਸਿਮਰਨ ਕਰਨ ਦਾ ਮਕਸਦ ਇਹੀ ਹੁੰਦਾ ਹੈ ਕਿ ਅਸੀਂ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਈਏ, ਪ੍ਰਮਾਤਮਾ ਨਾਲ ਅਭੇਦ ਹੋ ਜਾਈਏ, ਮਾਲਕ ਦੇ ਨਾਲ ਸਾਡਾ ਮਿਲਾਪ ਹੋਵੇ। ਜਿੰਨਾ ਚਿਰ ਅਸੀਂ ਪ੍ਰਮਾਤਮਾ ਨਾਲ ਮਿਲਾਪ ਨਹੀਂ ਕਰਦੇ, ਸਾਨੂੰ ਆਵਾਗੁਣ ਦੇ ਚੱਕਰ ਵਿੱਚ, ਜਨਮ ਮਰਨ ਦੇ ਗੇੜ ਦੇ ਵਿੱਚ ਰੱਖਿਆ ਜਾਊਗਾ। ਅਸੀਂ ਵਾਰ-ਵਾਰ ਇੱਥੇ ਆਵਾਂਗੇ। ਅਤੇ ਇਹ ਮਨੁੱਖਾ ਜਾਮਾ ਜਿਹੜਾ ਆ, ਇਹ ਰੇਅਰ ਚਾਂਸ ਆ ਜੋ ਸਾਨੂੰ ਬਖਸ਼ਿਆ ਪ੍ਰਮਾਤਮਾ ਨੇ, ਮਾਲਕ ਨੇ, ਅਸੀਂ ਮਾਲਕ ਨਾਲ ਮਿਲਾਪ ਕਰ ਸਕੀਏ। ਨਹੀਂ ਤਾਂ 84 ਲੱਖ ਜੂਨਾਂ ਦੇ ਵਿੱਚੋਂ ਜੇ ਕੋਈ ਹੋਰ ਜੂਨ 'ਚ ਭੇਜ ਦਿੰਦੇ ਤਾਂ ਉੱਥੇ ਮੌਕਾ ਨਹੀਂ ਹੈਗਾ ਐਸਾ। ਹੁਣ ਗੁਰਮੁਖ ਭਗਤ ਕਬੀਰ ਜੀ ਗੁਰਬਾਣੀ ਵਿੱਚ ਸਾਨੂੰ ਇੱਕ ਸ਼ਬਦ ਵਿੱਚ ਸਮਝਾਉਂਦੇ ਆ, ਇਸੇ ਸ਼ਬਦ ਦੇ ਵਿੱਚ ਐਂਸਰ ਆ ਜਾਣਾ ਹੈ, ਜੋ ਸਾਨੂੰ ਭੇਦ ਦਿੰਦੇ ਆ ਮਾਇਆ ਦਾ ਅਤੇ ਇਸ ਸਾਡੇ ਮਨ ਦਾ। ਭਗਤ ਕਬੀਰ ਜੀ ਫਰਮਾਉਂਦੇ ਨੇ, ਪਹਿਲਾ ਪੂਤ ਪਛੈਰੀ ਮਾਈ, ਕਿ ਪਹਿਲਾਂ ਪੁੱਤਰ ਉਹਦਾ ਜਨਮ ਹੋਇਆ ਅਤੇ ਉਹ ਤੋਂ ਪਿੱਛਾ ਮਾਤਾ ਦਾ। ਹੁਣ ਇੱਥੇ ਫਿਰ ਅਸੀਂ ਬੁੱਝਣਾ ਹੁੰਦਾ ਕਿ ਇਹ ਗੱਲ ਕੀ ਹੈ ਕਿ ਪਹਿਲਾਂ ਪੁੱਤ ਨੂੰ ਜਨਮ ਦਿੱਤਾ, ਮਾਤਾ ਬਾਅਦ 'ਚ ਪ੍ਰਗਟ ਹੋਈ, ਇਹਦਾ ਕੀ ਮਤਲਬ ਹੋਇਆ। ਅਤੇ ਸਾਡਾ ਜਿਹੜਾ ਮਨ ਆ, ਇਹ ਪ੍ਰਮਾਤਮਾ ਦਾ ਬੱਚਾ ਆ, ਇਹਨੂੰ ਮਹਾਰਾਜ ਨੇ ਪ੍ਰਗਟ ਕੀਤਾ, ਪ੍ਰਮਾਤਮਾ ਨੇ। ਇਹਦੇ ਪਿੱਛੇ ਮਾਇਆ ਲਾ ਦਿੱਤੀ। ਸਾਡਾ ਜਿਹੜਾ ਇਹ ਸਰੀਰ ਆ, ਇਹ ਵੀ ਮਾਇਆ, ਜਿਹੜੇ ਤ੍ਰੈ ਗੁਣ ਆ ਉਹਨਾਂ ਨੂੰ ਵੀ ਮਾਇਆ ਕਿਹਾ ਹੋਇਆ, ਜਿਹਨੂੰ ਮਹਾਰਾਜ ਕਹਿੰਦੇ ਇਹ ਸਰੀਰ ਸਭ ਮੂਲ ਹੈ ਮਾਇਆ, ਦੂਜਾ ਭਾਏ ਭਰਮ ਭੁਲਾਇਆ। ਫਿਰ ਮਹਾਰਾਜ ਕਹਿੰਦੇ ਰਜ ਗੁਣ ਤਮ ਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਜਦੋਂ ਮਨ ਪ੍ਰਗਟ ਹੋਇਆ ਸੰਸਾਰ ਵਿੱਚ, ਇਹਦਾ ਅਸਲ ਵਿੱਚ ਪੰਜਾਂ ਤੱਤ, ਜਿਹੜੇ ਪੰਜ ਤੱਤ ਪ੍ਰਕਾਸ਼ ਰੂਪ ਆ, ਉਹਨਾਂ ਤੋਂ ਇਹ ਮਨ ਦਾ ਜਿਹੜਾ ਜਨਮ ਹੁੰਦਾ ਆ, ਜਿਹਨੂੰ ਮਹਾਰਾਜ ਕਹਿੰਦੇ ਆ ਏ ਮਨ ਕਰਮਾ, ਏ ਮਨ ਧਰਮਾ, ਏ ਮਨ ਪੰਚ ਤੱਤ ਤੇ ਜਨਮ, ਕਿ ਇਹ ਪੰਜਾਂ ਤੱਤਾਂ ਤੋਂ ਜੋ ਪ੍ਰਕਾਸ਼ ਰੂਪ ਆ ਸੁਨ ਵਿੱਚੋਂ ਪ੍ਰਗਟ ਹੁੰਦੇ ਆ, ਜਿਹਨੂੰ ਮਹਾਰਾਜ ਕਹਿੰਦੇ ਆ ਪੰਚ ਤੱਤ ਸੁਨੋ ਪ੍ਰਗਾਸਾ, ਦੇ ਸੰਜੋਗੀ ਕਰਮ ਅਭਿਆਸਾ, ਕਿ ਇਹ ਮਨ ਜੋਤ ਸਰੂਪ ਨੂੰ ਉਹਨਾਂ ਪੰਜ ਤੱਤ ਪ੍ਰਕਾਸ਼ ਰੂਪ ਜੋ ਹਨ, ਜੋ ਸੁਨ 'ਚੋਂ ਪ੍ਰਗਟ ਹੁੰਦੇ ਆ, ਉਹਨਾਂ ਤੋਂ ਇਹ ਮਨ ਦੀ ਜੋਤ ਜਿਹੜੀ ਆ ਪ੍ਰਗਟ ਹੋਏ। ਇਹ ਮਾਲਕ ਨੇ ਇਸ ਮਨ ਨੂੰ ਪ੍ਰਗਟ ਕੀਤਾ, ਪ੍ਰਮਾਤਮਾ ਨੇ ਸਾਡੇ ਮਨ ਨੂੰ ਪ੍ਰਗਟ ਕੀਤਾ ਅਤੇ ਮਾਇਆ ਇਹਦੇ ਨਾਲ ਜੋੜੀ ਗਈ।
ਮਹਾਰਾਜ ਕਹਿੰਦੇ ਆ ਪੰਜ ਤਤ ਸੁਣੋ ਪ੍ਰਗਾਸਾ ਦੇਹ ਸੰਜੋਗੀ ਕਰਮ ਅਭਿਆਸਾ। ਜਿਹੜੇ ਸਾਡੀ ਦੇਹ ਆ ਇਹਦਾ ਸਾਡੇ ਮਨ ਨਾਲ ਸੰਜੋਗ ਕੀਤਾ ਗਿਆ, ਕਰਮ ਦਾ ਅਭਿਆਸ ਕਰਨਾ। ਇਹ ਹੈ ਮਾਇਆ। ਮਹਾਰਾਜ ਕਹਿੰਦੇ ਪਹਿਲਾ ਪੂਤ ਪਛੈਰੀ ਮਾਈ, ਕਿ ਪੁੱਤਰ ਜਿਹੜਾ ਆ ਇਹਦਾ ਜਨਮ ਹੋਇਆ ਅਤੇ ਫਿਰ ਇਹਦੇ ਨਾਲ ਮਾਇਆ ਜਿਹੜੀ ਆ ਉਹਨੂੰ ਪ੍ਰਗਟ ਕਰਕੇ ਜੋੜ ਦਿੱਤਾ। ਇਹ ਮਨ ਆ ਜਾਂਦਾ ਹੈ ਫਿਰ ਤ੍ਰੈਗੁਣਾਂ ਦੇ ਵਿੱਚ। ਫਿਰ ਭਗਤ ਕਬੀਰ ਜੀ ਕਹਿੰਦੇ ਗੁਰ ਲਾਗੋ ਚੇਲੇ ਕੀ ਪਾਈ, ਕਿ ਗੁਰੂ ਜਿਹੜਾ ਆ ਉਹ ਚੇਲੇ ਦੇ ਪੈਰਾਂ 'ਤੇ ਪੈ ਗਿਆ। ਹੁਣ ਅਸੀਂ ਜਦੋਂ ਵਿਚਾਰ ਕਰਨੀ ਹੁੰਦੀ ਆ, ਮਹਾਰਾਜ ਨੇ ਸਾਨੂੰ ਭੇਦ ਦਿੱਤਾ ਹੋਇਆ ਕਿ ਗੁਰਬਾਣੀ ਦੇ ਵਿੱਚ ਸਾਨੂੰ ਦੱਸਿਆ ਹੋਇਆ ਕਿ ਸਾਡਾ ਜਿਹੜਾ ਮਨ ਆ ਕਿਹਨਾਂ ਕਿਹਨਾਂ ਨਾਲ ਅੰਤਰਗਤ ਖੇਲ ਰਿਹਾ। ਸਾਡੇ ਅੰਦਰ ਜਮ ਨੇ, ਪੰਜ ਦੂਤ ਆ, ਕਾਲ ਆ, ਇਹ ਮਾਇਆ ਜਿਹੜੀ ਹੈ ਤ੍ਰੈਗੁਣ ਆ। ਅਤੇ ਇੱਥੇ ਭਗਤ ਕਬੀਰ ਜੀ ਸਾਡੇ ਮਨ ਨੂੰ ਸੰਬੋਧਨ ਕਰਕੇ ਸਮਝਾ ਰਹੇ ਆ ਕਿ ਇਹ ਜਿਹੜੀ ਸੂਖਮ ਖੇਡ ਹੈ ਇੱਥੇ ਕੀ ਚੱਲ ਰਹੀ ਹੈ। ਇੱਕ ਪਾਸੇ ਤੁਸੀਂ ਦੇਖੋਗੇ ਹੁਣ ਜਿਵੇਂ ਪਹਿਲਾ ਪੂਤ ਪਛੈਰਾ ਮਾਈ, ਇੱਥੇ ਮਨ ਅਤੇ ਮਾਇਆ ਦੀ ਗੱਲ ਕੀਤੀ ਹੋਈ ਆ। ਇੱਦਾਂ ਹੀ ਇਹ ਜਿਹੜੀ ਥੀਮ ਹੈ ਸੈੱਟ ਕੀਤੀ ਹੋਈ ਹੈ ਸਾਰੇ ਇਸ ਸ਼ਬਦ ਲਈ। ਹੁਣ ਮਾਇਆ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਿਕਰ ਆਈ ਜਾਣਾ ਇੱਥੇ। ਅਤੇ ਇੱਥੇ ਕਹਿੰਦੇ ਆ ਕਿ ਗੁਰ ਲਾਗੋ ਚੇਲੇ ਕੀ ਪਾਈ, ਕਿ ਜਿਹੜਾ ਗੁਰੂ ਆ ਆਪਣੇ ਚੇਲਿਆਂ ਦੇ ਚਰਨੀ ਪੈ ਗਿਆ। ਹੁਣ ਇੱਥੇ ਫਿਰ ਅਸੀਂ ਖੋਜ ਕਰਨੀ ਗੁਰਬਾਣੀ ਰਾਹੀਂ ਕਿ ਕਿਹੜੇ ਚੇਲਿਆਂ ਦੀ ਗੱਲ ਕੀਤੀ ਹੋਈ ਹੈ। ਅਤੇ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਜਿਹੜੇ ਸਾਡੇ ਅੰਦਰ ਪੰਜ ਦੂਤ ਆ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਚੇਲੇ ਨੇ। ਮਹਾਰਾਜ ਕਹਿੰਦੇ ਆ ਪੰਜ ਚੇਲੇ ਮਿਲ ਭੇ ਇਕੱਤਰਾ ਏਕਸ ਕੈ ਵਸ ਕੀਏ, 10 ਬੈਰਾਗਨ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ। ਕਿ ਹੁਣ ਗੁਰਬਾਣੀ ਦੀ ਵਿਚਾਰ ਗੁਰਬਾਣੀ ਰਾਹੀਂ ਹੀ ਕਰਨੀ ਆ। ਅਤੇ ਪੰਜ ਜਿਹੜੇ ਚੇਲੇ ਆ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆ, ਪੰਜ ਦੂਤ ਸਾਡੇ ਜਿਹੜੇ ਅੰਦਰ ਆ। ਜਦੋਂ ਇਹਨਾਂ ਨੂੰ ਅਸੀਂ ਵਸ ਕਰ ਲੈਂਦੇ ਹਾਂ, ਜਿਹਨੂੰ ਮਾਰੇ ਕਹਿੰਦੇ ਵਾਜੇ ਪੰਜ ਸ਼ਬਦ ਘਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਲਾਜਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਕਾਲ ਜਿਹੜਾ ਖਤਮ ਕੀਤਾ ਜਾਂਦਾ ਅਤੇ ਜਿਹੜੇ ਪੰਜ ਦੂਤ ਸਾਡੇ ਵਸ ਆਉਂਦੇ ਆ। ਜਦੋਂ ਅਸੀਂ ਪੰਜਾਂ ਸ਼ਬਦਾਂ ਤੱਕ ਪਹੁੰਚਦੇ ਹਾਂ, ਸਾਡਾ ਮਨ ਜਿਹੜਾ ਆ ਇਸ ਸਰੀਰ ਦੇ ਵਿੱਚ ਹੁੰਦਾ ਹੋਇਆ ਦਸਮ ਦੁਆਰ ਦੇ ਵਿੱਚ ਜਾ ਕੇ ਪੰਜਾਂ ਸ਼ਬਦਾਂ ਦੇ ਨਾਲ ਜੁੜਦਾ ਹੈ, ਉਹ ਅਵਸਥਾ ਹੈ। ਅਤੇ ਮਹਾਰਾਜ ਕਹਿੰਦੇ ਆ ਕਿ ਇਹ ਜਿਹੜੇ ਪੰਜ ਚੇਲੇ ਆ ਇਹ ਵਸ ਆ ਜਾਂਦੇ ਆ। ਪਰ ਜਿੰਨਾ ਚਿਰ ਸਾਨੂੰ ਗਿਆਨ ਨਹੀਂ, ਅਸੀਂ ਇਹਨਾਂ ਦੇ ਅਧੀਨ ਹੋ ਜਾਂਦੇ ਹਾਂ। ਸੋ ਇੱਥੇ ਗੁਰ ਲਾਗੋ ਚੇਲੇ ਕੀ ਪਾਈ, ਸਾਡੇ ਮਨ ਦੀ ਗੱਲ ਕੀਤੀ ਹੋਈ ਕਿ ਸਾਡਾ ਮਨ ਜਿਹੜਾ ਆ ਇਹਨਾਂ ਚੇਲਿਆਂ ਦੇ ਚਰਨੀ ਪੈ ਗਿਆ। ਫਿਰ ਮਹਾਰਾਜ ਕਹਿੰਦੇ ਆ ਏਕ ਅਚੰਭੋ ਸੁਣੋ ਤੁਮ ਭਾਈ, ਕਿ ਇੱਕ ਹੈਰਾਨੀਜਨਕ ਗੱਲ ਸੁਣੋ, ਹੈਰਾਨ ਕਰਨ ਵਾਲੀ ਇੱਕ ਗੱਲ ਸੁਣੋ। ਦੇਖਤ ਸਿੰਘ ਚਰਾਵਤ ਗਾਈ, ਕਿ ਇੱਕ ਸ਼ੇਰ ਨੂੰ ਦੇਖਿਆ ਉਹ ਗਾਵਾਂ ਨੂੰ ਚਾਰਦਾ ਰਹਿੰਦਾ ਹੈ। ਹੁਣ ਦ੍ਰਿਸ਼ਟਮਾਨ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਸੰਸਾਰ ਵਿੱਚ ਜਿਹੜਾ ਸ਼ੇਰ ਆ ਉਹ ਤਾਂ ਗਾਂ ਦੇ ਪਿੱਛੇ ਪੈ ਜਾਂਦਾ ਨੋਰਮਲੀ, ਉਹ ਮਾਸ ਖਾਣ ਵਾਲਾ ਹੁੰਦਾ ਜੀ। ਸ਼ੇਰ ਜਿਹੜਾ ਗਾਂ ਨੂੰ ਖਾ ਲੈਂਦਾ। ਪਰ ਇੱਥੇ ਸ਼ੇਰ ਜਿਹੜਾ ਆ ਸੇਵਾ 'ਚ ਲੱਗਾ ਹੋਇਆ ਹੈ, ਗਾਈਆਂ ਨੂੰ ਚਾਰਾ ਦਿੰਦਾ ਆ। ਅਸੀਂ ਫਿਰ ਇਹ 'ਤੇ ਬੁੱਝਣਾ ਹੁੰਦਾ ਕਿ ਇਹ ਸ਼ੇਰ ਕਿਹੜਾ ਆ, ਇਹ ਗਾਵਾਂ ਕਿਹੜੀਆਂ ਨੇ। ਸਾਡਾ ਜਿਹੜਾ ਮਨ ਆ ਇਹ ਇਸ ਨਗਰੀ ਦਾ ਰਾਜਾ ਆ, ਜਿਹਨੂੰ ਮਹਾਰਾਜ ਕਹਿੰਦੇ ਕਾਇਆ ਨਗਰੀ ਇਹ ਮਨ ਰਾਜਾ ਪੰਚ ਵਸੇ ਵਿਚਾਰੇ। ਕਿ ਇਹਨੂੰ ਸਾਡੇ ਜਿਹੜੇ ਪੰਜ ਗਿਆਨ ਇੰਦਰੇ ਦਿੱਤੇ ਹੋਏ ਆ ਸਲਾਹਕਾਰ। ਅਤੇ ਜਿਹੜਾ ਸ਼ੇਰ ਆ ਉਹ ਵੀ ਜੰਗਲ ਦਾ ਰਾਜਾ ਗਿਣਿਆ ਜਾਂਦਾ। ਅਤੇ ਗਾਈਆਂ ਦੀ ਸੇਵਾ ਇੱਥੇ ਕਰ ਰਿਹਾ ਹੈ। ਫਿਰ ਇਹ ਗਾਈਆਂ ਕਿਹੜੀਆਂ ਹੋਈਆਂ, ਅਤੇ ਸਾਡਾ ਜਿਹੜਾ ਮਨ ਆ ਉਸ ਨੂੰ ਇਸ 'ਤੇ ਸ਼ੇਰ ਕਹਿ ਦਿੱਤਾ। ਗਾਈਆਂ ਸਾਡੀਆਂ ਇਹ ਹੋਈਆਂ ਜਿਹੜੇ ਸਾਡੇ ਗਿਆਨ ਇੰਦਰੇ ਕਰਮ ਇੰਦਰਿਆਂ ਦੇ ਪਿੱਛੇ ਇਹਨਾਂ ਨੂੰ ਚਾਰਾ ਦੇਈ ਜਾਂਦਾ, ਅਰਥਾਤ ਕਿ ਇਹਨਾਂ ਦੇ ਸਵਾਦ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ। ਮਹਾਰਾਜ ਨੇ ਇੱਥੇ ਸਾਨੂੰ
ਦੱਸਿਆ ਹੋਇਆ, ਕਹਿੰਦੇ 10 ਨਾਰੀ ਇੱਕ ਪੁਰਖ ਕਰ ਦੱਸੇ ਸਾਧ ਲੋਭਾਈਆ। ਸੋ 10 ਨਾਰੀਆਂ ਆ, ਇਹ ਸਾਡੇ 5 ਗਿਆਨ ਇੰਦਰੀ ਅਤੇ 5 ਕਰਮ ਇੰਦਰੀ ਗਿਣੇ ਜਾਂਦੇ ਆ। ਜਿਨ੍ਹਾਂ ਨੇ ਨਹੀਂ ਅੱਗੇ ਕਥਾ ਸੁਣੀ, 5 ਗਿਆਨ ਇੰਦਰੀ ਤਾਂ ਸਾਡੇ ਜਿਹੜੇ 5 ਸੈਂਸਿਸ ਆ, ਅੱਖਾਂ ਨਾਲ ਦੇਖਣਾ, ਕੰਨਾਂ ਨਾਲ ਸੁਣਨਾ, ਜੀਵਾਂ ਨਾਲ ਰਸਨਾ ਨਾਲ ਅਸੀਂ ਸਵਾਦ ਲੈਂਦੇ ਹਾਂ, ਸੁਗੰਧ ਲੈਂਦੇ ਹਾਂ ਨੱਕ ਦੇ ਨਾਲ, ਅਤੇ ਸਪਰਸ਼ ਜਿਹੜਾ ਹੈ। ਫਿਰ ਜਿਹੜੇ ਕਰਮ ਇੰਦਰੀ ਆ, ਸਾਡੇ ਦੋਨੋਂ ਹੱਥਾਂ ਨਾਲ ਅਸੀਂ ਕੰਮ ਕਰਦੇ ਹਾਂ, ਪੈਰਾਂ ਨਾਲ ਚੱਲਦੇ ਹਾਂ, ਅਤੇ ਕਰਮ ਇੰਦਰੀਆਂ ਦੇ ਵਿੱਚ ਵੀ ਸਪਰਸ਼ ਗਿਣਿਆ ਜਾਂਦਾ। ਇਹਨਾਂ ਨੂੰ 10 ਕਹਿ ਦਿੱਤਾ ਹੈ। ਕਹਿੰਦੇ 10 ਨਾਰੀ ਇੱਕ ਪੁਰਖ ਕਰ, ਕਹਿੰਦੇ ਕਿ ਇੱਕ ਪੁਰਖ ਕਰ ਦਿੱਤਾ, ਇਹਨਾਂ 10 ਨੂੰ ਨਾਰੀਆਂ ਕਹਿ ਦਿੱਤਾ, ਜਿਹੜੇ 5 ਗਿਆਨ ਇੰਦਰੀ ਅਤੇ ਕਰਮ ਇੰਦਰੀ ਆ। ਦੱਸੇ ਸਾਧ ਲੋਭਾਈਆ, ਇਹਨਾਂ 10 ਨੂੰ ਸਵਾਦ ਚੜ੍ਹਿਆ ਹੋਇਆ ਹੈ। ਇਹਨ ਮਾਇਆ ਮੋਹਣੀ ਮੋਹੀਆ ਨਿਤ ਫਿਰੇ ਭਰਮਾਈਆ, ਕਹਿੰਦੇ ਕਿ ਇਹ ਮਾਇਆ ਦੇ ਵਿੱਚ ਮੋਹਿਆ ਗਿਆ ਹੈ ਅਤੇ ਇਹ ਭਰਮ ਦੇ ਵਿੱਚ ਸਾਰੇ ਫਿਰਦੇ ਆ। ਸਾਡਾ ਜਿਹੜਾ ਮਨ ਆ, ਇਹਨਾਂ ਗਾਵਾਂ ਨੂੰ ਚਾਰਾ ਕਰਦਾ ਰਹਿੰਦਾ ਆ, ਜੋ ਸਾਡੇ ਇਹ ਗਿਆਨ ਇੰਦਰੀ ਕਰਮ ਇੰਦਰੀ ਆ, ਅਤੇ ਜਿੰਨਾ ਚਿਰ ਅਸੀਂ ਇਹਨਾਂ ਨੂੰ ਵਸ ਨਹੀਂ ਕਰਦੇ, ਉਹਨਾਂ ਚਿਰ ਸਾਨੂੰ ਗਿਆਨ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਆ, ਜੇਕਰ ਅਸੀਂ ਇਹਨਾਂ ਨੂੰ ਵਸ ਕਰ ਲਈਏ, 10 ਇੰਦਰੀ ਕਰ ਰਾਖੈ ਵਾਸ, ਤਾਂ ਕਿ ਆਤਮਾ ਹੋਏ ਪ੍ਰਗਾਸ, ਸਾਨੂੰ ਅੰਦਰੋਂ ਆਤਮਿਕ ਦਰਸ਼ਨ ਹੁੰਦੇ ਆ। ਫਿਰ ਮਹਾਰਾਜ ਦੱਸਦੇ ਨੇ, ਰਹਾਉ ਜਲ ਕੀ ਮਛਲੀ ਤਰਵਰ ਬਿਆਈ, ਕਿ ਇੱਕ ਜਲ ਦੀ ਰਹਿਣ ਵਾਲੀ ਮਛਲੀ, ਉਹ ਦਰੱਖਤ ਦੇ ਉੱਤੇ ਜਾ ਕੇ ਉਹਨੇ ਆਂਡੇ ਦੇ ਦਿੱਤੇ। ਹੁਣ ਜਦੋਂ ਅਸੀਂ ਗੁਰਬਾਣੀ ਰਾਹੀਂ ਵਿਚਾਰ ਕਰਦੇ ਹਾਂ, ਅਸੀਂ ਫਿਰ ਦੇਖਣਾ ਹੁੰਦਾ ਕਿ ਇਹ ਮੱਛੀ ਜਿਹੜੀ ਆ ਕਿਹੜੀ ਆ। ਅਤੇ ਮਹਾਰਾਜ ਕਹਿੰਦੇ ਆ ਕਿ ਹਰ ਜਲ ਨਿਧ ਹਮ ਜਲ ਕੇ ਮੀਨੇ, ਜਨ ਨਾਨਕ ਜਲ ਬਿਨ ਮਰੀਆ ਜੀਓ, ਕਿ ਹਰੀ ਪ੍ਰਮਾਤਮਾ ਸਾਗਰ ਆ, ਅਤੇ ਅਸੀਂ ਉਸ ਸਾਗਰ ਦੇ ਰਹਿਣ ਵਾਲੇ ਮੱਛੀ ਹਾਂ। ਅਸੀਂ ਸਾਗਰ ਦੇ ਵਿੱਚ ਜਲ ਦੇ ਰਹਿਣ ਵਾਲੇ ਮੱਛੀ ਹਾਂ, ਸਾਡਾ ਜਿਹੜਾ ਮਨ ਆ। ਅਤੇ ਕਹਿੰਦੇ ਉਸ ਜਲ ਤੋਂ ਬਗੈਰ ਸਾਡਾ ਜਿਹੜੀ ਮੌਤ ਹੀ ਹੋ ਜਾਂਦੀ ਹੈ, ਸਾਡੇ ਮਨ ਦੀ ਮੌਤ ਸਮਝੀ ਜਾਂਦੀ ਹੈ ਜਦੋਂ ਅਸੀਂ ਜਲ ਤੋਂ ਵਾਂਝੇ ਹੁੰਦੇ ਹਾਂ। ਜਦੋਂ ਅਸੀਂ ਪਰਮਾਤਮਾ ਤੋਂ ਇਲਾਵਾ ਇੱਥੇ ਅਸੀਂ ਉਂਝ ਵਿਚਰਦੇ ਹਾਂ ਸੰਸਾਰ ਵਿੱਚ, ਸਾਡਾ ਮਨ ਜਿਹੜਾ ਤ੍ਰੈ-ਗੁਣਾਂ ਦੇ ਵਿੱਚ ਸੌਂ ਜਾਂਦਾ, ਇਹਨੂੰ ਮਰਿਆ ਸਮਝਿਆ ਜਾਂਦਾ ਆ। ਸਾਡਾ ਜਿਹੜਾ ਮਨ ਆ, ਇਹ ਹੈਗਾ ਸੁੰਨ ਸਰੋਵਰ ਦਾ ਰਹਿਣ ਵਾਲਾ, ਪਰਮਾਤਮਾ ਦੇ ਵਿੱਚ ਵਸਣ ਵਾਲਾ। ਅਤੇ ਜਦੋਂ ਉਸ ਜਲ ਅੰਮ੍ਰਿਤ ਜਲ ਤੋਂ ਵਾਂਝਾ ਰਹਿੰਦਾ ਹੈ, ਅਤੇ ਇਸ ਮਨ ਦੇ ਵਿੱਚ ਫਿਰ ਤਰ੍ਹਾਂ ਤਰ੍ਹਾਂ ਦੇ ਫੁਰਨੇ ਆਉਂਦੇ ਆ। ਇੱਥੇ ਮਹਾਰਾਜ ਨੇ ਕਹਿ ਦਿੱਤਾ, ਜਲ ਕੀ ਮਛਲੀ ਤਰਵਰ ਬਿਆਈ, ਕਿ ਜਲ ਦੀ ਰਹਿਣ ਵਾਲੀ ਜਿਹੜੀ ਮਛਲੀ ਆ, ਸਾਡਾ ਮਨ, ਇਹ ਤਰਵਰ ਦਰੱਖਤ 'ਤੇ ਚੜ੍ਹ ਕੇ ਇਹ ਜਨਮ ਦਿੰਦੀ ਆ ਫੁਰਨਿਆਂ ਨੂੰ, ਵਿਚਾਰਾਂ ਨੂੰ। ਹੁਣ ਥੋੜ੍ਹਾ ਜਿਹਾ ਪੌਜ਼ ਕਰਕੇ ਇੱਦਾਂ ਥੋੜ੍ਹੇ ਜਿਹੇ ਵਿਚਾਰ ਕਰਨੀ ਆ ਕਿ ਮਹਾਰਾਜ ਨੇ ਹੁਣ ਸਾਨੂੰ ਇੱਦਾਂ ਭੇਦ ਦਿੱਤਾ ਹੋਇਆ ਕਿ ਸਾਡਾ ਜਿਹੜਾ ਮਨ ਆ, ਇਹ ਪੰਛੀ ਦੀ ਨਿਆਈ ਆ। ਇਹ ਕਈ ਗੁਰਮੁਖਾਂ ਨੇ ਪਿਛਲੇ ਹਫ਼ਤੇ ਇਹ ਗੱਲ ਬੁੱਝ ਲਈ। ਸੋ ਇਹ 2 ਚੀਜ਼ਾਂ ਜੋੜੀਆਂ ਹੋਈਆਂ ਸੀਗੀਆਂ। ਇੱਕ ਤਾਂ ਸੀਗਾ ਦਰੱਖਤ ਦਾ, ਇੱਥੇ ਤਰਵਰ ਦਾ ਆ ਗਿਆ ਕਿ ਜਲ ਜਿਹੜਾ ਆ, ਮੱਛੀ ਜਿਹੜੀ ਆ, ਉਹ ਦਰੱਖਤ 'ਤੇ ਚੜ੍ਹ ਜਾਂਦੀ ਆ। ਅਤੇ ਉਹ ਪੰਛੀ ਦਾ ਤਾਂ ਸਾਰਿਆਂ ਨੇ ਬੁੱਝ ਲਿਆ ਕਿ ਮਨ ਆ, ਜਿਹਨੂੰ ਭਗਤ ਕਬੀਰ ਜੀ ਕਹਿੰਦੇ, ਕਬੀਰ ਮਨ ਪੰਖੀ ਭਿਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਕਿ ਜਿਹੜਾ ਮਨ ਆ ਸਾਡਾ, 10 ਦਿਸ਼ਾਵਾਂ ਦੇ ਵਿੱਚ ਉੱਡ ਉੱਡ ਜਾਂਦਾ ਆ, ਇੱਕ ਪੰਖੀ ਆ। ਜਿੱਦਾਂ ਦੀ ਇਹਨੂੰ ਫਿਰ ਸੰਗਤ ਮਿਲਦੀ ਆ, ਉਹੋ ਜਿਹਾ ਇਹ ਫਲ ਖਾਂਦਾ ਆ। ਜੇ ਸਤ ਸੰਗਤ ਵਿੱਚ ਜਾਂਦਾ ਆ, ਇਹਨੂੰ ਅੰਮ੍ਰਿਤ ਰਸ ਮਿਲਦਾ ਆ। ਜੇ ਇਹ ਕੁੜਿਆਰਾਂ ਨਾਲ, ਝੂਠਿਆਂ ਨਾਲ ਸੰਗਤ ਕਰਦਾ ਆ, ਅਤੇ ਇਹਦੇ ਮਨ 'ਚ ਜਿਹੜੇ ਫੁਰਨੇ ਆ, ਕੂੜ ਜਿਹੜਾ ਆ, ਉਹ ਜਮ੍ਹਾਂ ਹੁੰਦਾ ਆ, ਉਹ ਫਲ ਮਿਲਦਾ ਆ। ਅਤੇ ਪੌਜ਼ ਕਰਕੇ ਇਹ ਵਿਚਾਰ ਕਰਨੀ ਸੀਗੀ ਕਿ ਇਹ ਤਾਂ ਹੈਗਾ ਸੂਖਮ ਦਾ ਭੇਦ ਅੰਦਰਲਾ, ਪਰ ਕਈ ਵਾਰੀ ਜੋ ਮਹਾਰਾਜ ਨੇ ਕਿਹਾ ਹੈ ਨਾ,
ਉਹ ਇਸ ਦ੍ਰਿਸ਼ਟਮਾਨ ਵਿੱਚ ਵੀ ਪ੍ਰਗਟ ਕਰ ਦਿੰਦੇ ਆ। ਜਿਵੇਂ ਕਿ ਕਈ ਕਹਿ ਦਿੰਦੇ ਆ ਕਿ ਜੀ ਇਹ ਤਾਂ ਸਾਰਾ ਮੈਟਾਫੋਰ ਆ, ਇਹਦਾ ਮਤਲਬ ਕੁਛ ਹੋ ਰਿਹਾ। ਕਈ ਗੁਰਬਾਣੀ ਨੂੰ ਮੈਟਾਫੋਰ ਕਹੀ ਜਾਂਦੇ ਆ, ਅਲੰਕਾਰ ਕਹੀ ਜਾਂਦੇ ਆ। ਅਤੇ ਕਹਿੰਦੇ ਕਿ ਦ੍ਰਿਸ਼ਟਮਾਨ 'ਚ ਕਈ ਐਸੇ ਆ, ਉਹ ਕਹਿੰਦੇ ਦ੍ਰਿਸ਼ਟਮਾਨ 'ਚ ਤਾਂ ਹੋ ਹੀ ਨਹੀਂ ਸਕਦਾ, ਪਰ ਮਹਾਰਾਜ ਜੋ ਮਰਜ਼ੀ ਚਾਹੁੰਦੇ ਕਰ ਸਕਦੇ ਆ। ਇਹ ਦ੍ਰਿਸ਼ਟਮਾਨ ਦੇ ਵਿੱਚ ਵੀ ਕਈ ਐਸੇ ਮੱਛੀਆਂ ਨੇ, ਉਹ ਐਸੇ ਇਲਾਕੇ ਦੇ ਵਿੱਚ ਰਹਿੰਦੀਆਂ ਜਿੱਥੇ ਦਰੱਖਤ ਨੀਵੇਂ ਹੁੰਦੇ ਆ ਉਸ ਨਦੀ ਦੇ ਕੋਲ, ਅਤੇ ਉਹ ਛਾਲ ਮਾਰ ਕੇ ਪੱਤੇ 'ਤੇ ਚੜ੍ਹ ਕੇ ਉੱਥੇ ਆਂਡੇ ਦੇ ਦਿੰਦੇ ਆ ਦ੍ਰਿਸ਼ਟਮਾਨ ਰੂਪ ਦੇ ਵਿੱਚ। ਸੋ ਮਹਾਰਾਜ ਜੋ ਮਰਜ਼ੀ ਚਾਹੁੰਦੇ ਕਰ ਸਕਦੇ ਆ, ਪਰ ਉਹ ਦ੍ਰਿਸ਼ਟਮਾਨ ਦੇ ਵਿੱਚ ਜੋ ਹੈ ਉਹਦਾ ਸਾਨੂੰ ਐਗਜ਼ੈਂਪਲ ਦੇ ਕੇ ਸਾਨੂੰ ਸੂਖਮ ਦਾ ਗਿਆਨ ਦਿੱਤਾ ਹੁੰਦਾ ਅੰਦਰਲਾ। ਹੁਣ ਜਿਵੇਂ ਸ਼ੇਰ ਜਿਹੜਾ ਆ ਗਾਵਾਂ ਨੂੰ ਚਾਰਾ ਦੇ ਰਿਹਾ ਆ, ਇੱਥੇ ਡਿਸਕਵਰੀ ਜਿਹੜੇ ਦੇਖਦੇ ਆ, ਵਾਈਲਡ ਲਾਈਫ ਦੇਖਦੇ ਆ, ਕਈ ਵਾਰੀ ਐਸੇ ਸ਼ੇਰ ਵੀ ਹੁੰਦੇ ਆ ਜਿਹੜੇ ਬੱਕਰੀ ਨੂੰ ਪਾਲ ਲੈਂਦੇ ਆ, ਜਾਂ ਇੱਦਾਂ ਹਿਸਟਰੀ ਦੇ ਵਿੱਚ ਵੀ ਹੋ ਚੁੱਕਾ ਆ ਜਿੱਥੇ ਸ਼ੇਰ ਦੇ ਵਿੱਚ ਇੰਨੀ ਦਇਆ ਆ ਕਿ ਉਹ ਗਾਂ ਨੂੰ ਜਾਂ ਬੱਕਰੀਆਂ ਨੂੰ ਚਾਰਾ ਦੇਣ ਦੇ ਸਮਰੱਥ ਹੈ। ਸੋ ਇਹ ਸਾਨੂੰ ਕਦੇ ਨਹੀਂ ਕਹਿਣਾ ਚਾਹੀਦਾ ਕਿ ਦ੍ਰਿਸ਼ਟਮਾਨ 'ਚ ਨਹੀਂ ਇਹ ਹੋ ਸਕਦਾ। ਦ੍ਰਿਸ਼ਟਮਾਨ 'ਚ ਮਹਾਰਾਜ ਜੋ ਮਰਜ਼ੀ ਕਰ ਸਕਦੇ ਆ, ਪਰ ਸਾਨੂੰ ਦ੍ਰਿਸ਼ਟਮਾਨ ਤੋਂ ਸੂਖਮ ਦਾ ਗਿਆਨ ਦਿੱਤਾ ਹੁੰਦਾ। ਹੁਣ ਵਾਪਸ ਜਾਈਏ ਇੱਥੇ ਕਿ ਮਹਾਰਾਜ ਨੇ ਕਹਿ ਦਿੱਤਾ ਕਿ ਜਲ ਕੀ ਮਛਲੀ ਤਰਵਰ ਵਿਆਈ, ਅਤੇ ਉਹ ਜਿਹੜਾ ਦਰੱਖਤ ਦਾ ਇੱਥੇ ਜ਼ਿਕਰ ਤਾਂ ਕਰ ਦਿੱਤਾ, ਉਹ ਫਿਰ ਗਾਂ ਇਸ ਸ਼ਬਦ ਦੇ ਵਿੱਚ ਪੂਰੀ ਤਰ੍ਹਾਂ ਸਾਨੂੰ ਭੇਦ ਮਿਲਣਾ ਆ। ਨਾਲ ਕਹਿ ਦਿੱਤਾ ਦੇਖਤ ਕੁਤਰਾ ਲੈ ਗਈ ਬਿਲਾਈ, ਕਿ ਇੱਕ ਕੁੱਤਾ ਦੇਖਿਆ, ਉਹਨੂੰ ਬਿੱਲੀ ਚੱਕ ਕੇ ਲੈ ਗਈ। ਹੁਣ ਚੇਤੇ ਰੱਖਣਾ ਕਿ ਇੱਥੇ ਮਾਇਆ ਅਤੇ ਮਨ ਦੀ ਗੱਲ ਕੀਤੀ ਹੋਈ ਆ, ਅਤੇ ਸਾਡਾ ਜਿਹੜਾ ਮਨ ਆ ਇੱਕ ਦਰ 'ਤੇ, ਪ੍ਰਮਾਤਮਾ ਦੇ ਦਰ 'ਤੇ ਬੈਠਾ ਹੋਇਆ ਇੱਕ ਕੁੱਤਾ ਆ, ਜਿਹੜਾ ਜਦੋਂ ਆਵਾਜ਼ ਦਿੰਦਾ ਆਪਣੇ ਮਾਲਕ ਨੂੰ ਕਿ ਦਰਵਾਜ਼ਾ ਖੋਲ੍ਹੋ, ਮੈਨੂੰ ਖੁਰਾਕ ਦਿਓ, ਅਤੇ ਉਹ ਆਵਾਜ਼ ਦੇ ਰਿਹਾ ਹੁੰਦਾ ਆ ਪ੍ਰਮਾਤਮਾ ਦਾ ਨਾਮ ਲੈ ਕੇ। ਜਿਵੇਂ ਮਹਾਰਾਜ ਕਹਿੰਦੇ ਹਮ ਕੂਕਰ ਤੇਰੇ ਦਰਬਾਰ, ਭੌਂਕੈ ਆ ਗਏ ਬਦਨ ਪਸਾਰ। ਸਾਡਾ ਜਿਹੜਾ ਮਨ ਆ ਇੱਕ ਕੂਕਰ ਆ, ਕੁੱਤਾ ਆ, ਜੋ ਮਾਲਕ ਦੇ ਦਰ 'ਤੇ ਅੱਗੇ ਆਵਾਜ਼ ਦਿੰਦਾ ਆ। ਉਹ ਮਾਲਕ ਦੀ ਮਰਜ਼ੀ ਹੁੰਦੀ ਹੈ ਕਿ ਦਰਵਾਜ਼ਾ ਖੋਲ੍ਹਣਾ ਹੈ ਕਿ ਨਹੀਂ। ਇੱਥੇ ਭਗਤ ਕਬੀਰ ਜੀ ਨੇ ਕਹਿ ਦਿੱਤਾ ਕਿ ਦੇਖਤ ਕੁਤਰਾ ਲੈ ਗਈ ਬਿਲਾਈ, ਕਹਿੰਦੇ ਕਿ ਇੱਕ ਕੁੱਤਾ ਦੇਖਿਆ, ਉਹਨੂੰ ਬਿੱਲੀ ਲੈ ਗਈ ਚੱਕ ਕੇ। ਹੁਣ ਆਮ ਦ੍ਰਿਸ਼ਟਮਾਨ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਬਿੱਲੀ ਹੁੰਦੀ ਹੈ ਕੁੱਤੇ ਤੋਂ ਡਰਦੀ ਆ, ਇੱਥੇ ਜਿਹੜਾ ਕੁੱਤਾ ਆ ਉਹ ਬਿੱਲੀ ਚੱਕ ਕੇ ਲੈ ਗਈ। ਉਹ ਬਿੱਲੀ ਹੁਣ ਕਿਹੜੀ ਹੋਈ? ਮਾਇਆ ਤਾਂ ਸਿੱਧਾ ਕਹਿ ਸਕਦੇ ਹਾਂ, ਪਰ ਮਾਇਆ ਦਾ ਕਿਹੜਾ ਖਾਸ ਰੂਪ ਹੋਇਆ? ਜਦੋਂ ਅਸੀਂ ਗੁਰਬਾਣੀ ਫਿਰ ਇੱਦਾਂ ਖੋਜ ਕਰਦੇ ਹਾਂ ਨਾ, ਖੋਜ ਕਰਕੇ ਜਦੋਂ ਅਸੀਂ ਲੱਭਦੇ ਹਾਂ ਅਰਥ, ਅਤੇ ਬਿੱਲੀ ਜਿਹੜੀ ਆ ਉਹਨੂੰ ਗੁਰਬਾਣੀ ਵਿੱਚ ਮੰਝਾਰ ਵੀ ਕਹਿ ਦਿੱਤਾ ਹੈ, ਜਿੱਥੇ ਮੰਮੇ 'ਤੇ ਟਿੱਪੀ ਲੱਗੀ ਹੋਏ, ਜੱਜੇ ਨੂੰ ਕੰਨਾਂ 'ਤੇ ਰਾਰਾ। ਅਤੇ ਇਹਦਾ ਜ਼ਿਕਰ ਆਉਂਦਾ ਆ ਕਿ ਇਹ ਮੰਝਾਰ ਜਮਾਂ ਨੂੰ ਕਹਿ ਦਿੱਤਾ ਅਤੇ ਮੌਤ ਨੂੰ ਕਹਿ ਦਿੱਤਾ। ਜਦੋਂ ਮੌਤ ਆਉਂਦੀ ਹੈ ਜਮ ਆਉਂਦੇ ਆ। ਅਤੇ ਇੱਥੇ ਮਹਾਰਾਜ ਨੇ ਕਿਹਾ ਆ ਤੂੰ ਪਿੰਜਰ ਹੋਂ ਸੁਅਟਾ ਤੋਰ, ਜਮ ਮੰਝਾਰ ਕਹਾਂ ਕਰੈ ਮੋਰ। ਕਹਿੰਦੇ ਕਿ ਤੁਸੀਂ ਪ੍ਰਮਾਤਮਾ ਮਾਲਕ ਸਾਡੇ ਪਿੰਜਰੇ ਆ ਅਤੇ ਅਸੀਂ ਅੰਦਰ ਤੋਤਾ ਆ। ਅਤੇ ਕਹਿੰਦੇ ਕਿ ਜਿਹੜਾ ਜਮ ਆ ਮੰਝਾਰ ਬਿੱਲੀ ਮੌਤ ਦੀ, ਉਹ ਮੈਨੂੰ ਕੀ ਕਰ ਸਕਦੀ ਜਦੋਂ ਮੈਂ ਤੁਹਾਡੇ ਸੁਰੱਖਿਆ ਦੇ ਵਿੱਚ ਹਾਂ, ਤੁਹਾਡੇ ਇਸ ਪਿੰਜਰੇ ਦੇ ਵਿੱਚ ਸੁਰੱਖਿਅਤ ਹਾਂ। ਫਿਰ ਕਹਿੰਦੇ ਕਿ ਹੋਰ ਉਦਾਹਰਨ ਦੇ ਕੇ ਕਹਿੰਦੇ ਮਿਰਤ ਮੰਝਾਰ ਪਸਾਰ ਮੁਖ, ਨਿਰਖਤ ਪੁੰਚਿਤ ਭੁਗਤ ਭੂਖ ਭੁਖਨਾ। ਕਿ ਜਿਹੜੀ ਮੌਤ ਦੀ ਬਿੱਲੀ ਆ ਉਹ ਆਪਣਾ ਮੂੰਹ ਪਸਾਰ ਕੇ, ਮੂੰਹ ਖੋਲ੍ਹ ਕੇ ਨਾ ਵੇਖ ਰਹੀ ਆ ਸਾਨੂੰ। ਅਸੀਂ ਇੱਥੇ ਖਾਣਾ ਖਾ ਰਹੇ ਹਾਂ ਅਤੇ ਸਾਡੀ ਜਿਹੜੀ ਤ੍ਰਿਸ਼ਨਾ ਆ, ਭੁੱਖ ਜਿਹੜੀ ਆ ਉਹ ਖਤਮ ਨਹੀਂ ਹੁੰਦੀ, ਅਤੇ ਉਹ ਜਿਹੜੀ ਬਿੱਲੀ ਆ ਉਹਨੇ ਪਤਾ ਨਹੀਂ ਕਿਸ ਵੇਲੇ ਸਾਡੇ 'ਤੇ ਚਪਟ ਮਾਰ ਕੇ ਸਾਨੂੰ ਆਪਣੇ ਮੂੰਹ 'ਚ ਪਾ ਲੈਣਾ। ਤਾਂ ਮਹਾਰਾਜ ਕਹਿੰਦੇ ਸਿਮਰ ਗੋਪਾਲ ਦਿਆਲ ਸਤ ਸੰਗਤ, ਨਾਨਕ ਜਗ ਜਾਨਤ ਸੁਪਨਾ। ਤਾਂ ਫਿਰ ਮਹਾਰਾਜ ਕਹਿੰਦੇ ਆ ਕਿ ਤੁਸੀਂ ਕਰੋ ਸਿਮਰਨ ਗੋਪਾਲ ਦਾ, ਉਸ ਦਿਆਲੇ ਪਰਮਾਤਮਾ ਦਾ, ਸਤ ਸੰਗਤ ਵਿੱਚ ਜਾਓ ਅਤੇ ਸਿਮਰਨ ਕਰੋ ਉਸ ਮਾਲਕ ਦਾ। ਅਤੇ ਇਸ ਜਿਹੜਾ ਸਾਰਾ ਜਗਤ ਆ ਸਾਨੂੰ ਦਿਸ ਰਿਹਾ,
ਇਹਨੂੰ ਇੱਕ ਸੁਪਨਾ ਸਮਝੋ। ਸੋ ਇੱਥੋਂ ਸਾਨੂੰ ਭੇਦ ਆਉਂਦਾ ਆ ਕਿ ਉਹ ਜਿਹੜਾ ਕੁੱਤਾ ਜਿਹੜਾ ਆ ਉਹ ਸਾਡਾ ਮਨ ਆ। ਬਿੱਲੀ ਜਿਹੜੀ ਆ ਮੌਤ ਦੀ ਬਿੱਲੀ ਆ। ਕਾਲ ਵੀ ਇੱਥੇ ਕਹਿ ਸਕਦੇ, ਕਾਲ ਜਿਹੜਾ ਆ ਉਹ ਕਾਲ ਮੌਤ ਨੂੰ ਵੀ ਕਿਹਾ ਹੋਇਆ। ਜੰਮ ਇੱਥੇ ਦੱਸਿਆ ਹੋਇਆ ਹੈ ਗੁਰਬਾਣੀ ਦੇ ਵਿੱਚ। ਇਹ ਸਾਡੇ ਮਨ ਨੂੰ ਚੱਕ ਕੇ ਲੈ ਜਾਂਦੇ ਆ। ਜਦੋਂ ਸਾਡਾ ਅਖੀਰ ਆਉਣਾ ਆ, ਅਖੀਰਲਾ ਸਵਾਸ ਆਉਣਾ, ਇਹਨਾਂ ਨੇ ਸਾਨੂੰ ਉਸ ਵੇਲੇ, ਜੇਕਰ ਅਸੀਂ ਨਾਮ ਨਾਲ ਨਹੀਂ ਜੁੜੇ ਹੋਏ, ਅਸੀਂ ਇੱਧਰਲੇ ਪਾਸੇ ਦਾ ਭੇਦ ਨਹੀਂ ਰੱਖਦੇ, ਸਿਮਰਨ ਨਹੀਂ ਕਰਦੇ, ਇਹਨਾਂ ਨੇ ਸਾਨੂੰ ਲੈ ਜਾਣਾ। ਅਤੇ ਜਦੋਂ ਅਸੀਂ ਸਿਮਰਨ ਅਭਿਆਸ ਵੀ ਕਰ ਰਹੇ ਹੁੰਦੇ ਹਾਂ, ਮਹਾਰਾਜ ਨੇ ਦੱਸਿਆ ਕਿ ਇਹ ਜਿਹੜੇ ਜੰਮ ਆ, ਅਖੀਰ 'ਤੇ ਤਾਂ ਇਹਨਾਂ ਦੇ ਭੈੜੀਆਂ ਸ਼ਕਲਾਂ ਬਣਾ ਕੇ, ਡਰਾਉਣੀਆਂ ਸ਼ਕਲਾਂ ਬਣਾ ਕੇ ਇਹ ਜੀਵ ਨੂੰ ਲੈ ਕੇ ਜਾਂਦੇ ਇੱਥੋਂ ਸੰਸਾਰ ਤੋਂ। ਜਦੋਂ ਅਸੀਂ ਉਂਝ ਵਿਚਰਦੇ ਹਾਂ, ਇਹ ਤਾਂ ਵੀ ਸਾਡੇ ਨਾਲ ਹੀ ਰਹਿੰਦੇ ਆ। ਮਹਾਰਾਜ ਕਹਿੰਦੇ ਆ, ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ, ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਜਦੋਂ ਅਸੀਂ ਅਭਿਆਸ ਵੀ ਕਰਦੇ ਹਾਂ, ਮਾਲਕ ਦਾ ਸਿਮਰਨ ਕਰਦੇ ਹਾਂ, ਅਤੇ ਇਹੀ ਜਿਹੜੇ ਕਾਮ ਕ੍ਰੋਧ ਹੰਕਾਰ ਆ, ਇਹ ਜਮਾਂ ਦੇ ਰੂਪ, ਇਹਨਾਂ ਨੇ ਧਾਰਨ ਕਰਨਾ ਆ। ਇਹ ਸਾਡੇ ਉਸ ਵੇਲੇ ਵੀ ਜੰਮ ਸਾਨੂੰ ਤੰਗ ਕਰਦੇ ਆ, ਕਿਉਂਕਿ ਇਹ ਫੁਰਨੇ ਸਾਡੇ ਮਨ 'ਚ ਲੈ ਆਉਂਦੇ ਆ ਅਤੇ ਸਾਨੂੰ ਸਿਮਰਨ ਤੋਂ ਪਾਸੇ ਕਰ ਦਿੰਦੇ ਆ। ਤਾਂ ਭਗਤ ਕਬੀਰ ਜੀ ਨੇ ਕਿਹਾ ਹੋਇਆ, ਕਹਿੰਦੇ ਕਿ ਦੇਖਤ ਕੁਤਰਾ ਲੈ ਗਈ ਬੁਲਾਈ। ਫਿਰ ਆਉਂਦਾ, ਕਹਿੰਦੇ ਤਲੈ ਰੇ ਬੈਸਾ ਉੱਪਰ ਸੂਲਾ, ਤਿਸਕੈ ਪੇੜ ਲਗੇ ਫਲ ਫੂਲਾ। ਕਹਿੰਦੇ ਇੱਕ ਦਰਖਤ ਆ, ਉਹਦੀਆਂ ਜਿਹੜੀਆਂ ਜੜ੍ਹਾਂ ਆ ਉਹ ਉੱਪਰ ਨੂੰ ਆ, ਅਤੇ ਸਾਡੇ ਜਿਹੜਾ ਇਸ ਦਰਖਤ ਦੇ ਸ਼ਾਖਾ ਨੇ ਉਹ ਨੀਚੇ ਨੂੰ ਆ। ਹੁਣ ਇਹ ਸੀਗੀ ਬੁਝਾਰਤ ਕਿ ਅਸੀਂ ਪੰਛੀ ਬੁੱਝਣਾ ਸੀਗਾ, ਉਹ ਤਾਂ ਸੀਗਾ ਸਾਡਾ ਮਨ, ਉਹ ਤਾਂ ਕਾਫੀ ਗੁਰਮੁਖਾਂ ਨੇ ਬੁੱਝ ਲਿਆ। ਅਤੇ ਇੱਥੇ ਜਿਹੜਾ ਦਰਖਤ ਫਿਰ ਕਿਹੜਾ ਹੋਇਆ? ਦਰਖਤ ਇਹ ਸਾਡਾ ਮਾਇਆ ਰੂਪੀ ਜਿਹੜਾ ਸਾਡਾ ਸਰੀਰ ਆ, ਜੋ ਮਾਇਆ ਆ, ਸਾਡਾ ਸਰੀਰ, ਇਹ ਦਰਖਤ ਆ। ਇਹਦੀਆਂ ਜੜ੍ਹਾਂ ਜਿਹੜੀਆਂ ਆ, ਦਸਮ ਦੁਆਰ ਦੇ ਉੱਪਰ ਜਿਹੜੇ ਸਾਡੇ ਕੇਸ ਆ, ਇਹ ਸਾਡੀਆਂ ਜੜ੍ਹਾਂ ਨੇ। ਸਾਡੇ ਜਿਹੜੇ ਹੱਥ ਪੈਰ ਆ, ਉਂਗਲਾਂ ਆ, ਅੰਗੂਠੇ ਆ, ਇਹ ਸ਼ਾਖਾਂ ਨੇ, ਡਾਹਣੀਆਂ ਆ, ਅਤੇ ਇਹ ਨੀਚੇ ਨੂੰ ਆ, ਟਹਿਣੀਆਂ ਜਿਹੜੀਆਂ ਸਾਡੀਆਂ। ਉੱਪਰ ਨੂੰ ਸਾਡੇ ਜਿਹੜੇ ਜੜ੍ਹਾਂ ਆ ਉਹ ਸਾਡੇ ਕੇਸ ਨੇ, ਟਹਿਣੀਆਂ ਨੀਚੇ ਨੂੰ ਆ ਜੋ ਸਾਡੇ ਕਰਮ ਇੰਦਰੇ ਹਨ। ਤਿਸ ਕੈ ਪੇੜ ਲਗੇ ਫਲ ਫੂਲਾ, ਕਹਿੰਦੇ ਇਸ ਪੇੜ ਨੂੰ ਫਲ ਅਤੇ ਫੁੱਲ ਲੱਗਦੇ ਆ। ਹੁਣ ਕਈ ਗੁਰਮੁਖਾਂ ਨੇ ਦੱਸਿਆ ਸੀਗਾ ਕਿ ਸ਼ਾਇਦ ਇਹ ਦਰਖਤ ਜਿਹੜਾ ਜ਼ਿੰਦਗੀ ਨੂੰ ਕਿਹਾ ਆ, ਕਈ ਜਗ੍ਹਾ ਗੁਰਬਾਣੀ ਦੇ ਵਿੱਚ ਐਸਾ ਵੀ ਆਉਂਦਾ ਆ, ਜਿਹਨੂੰ ਮਹਾਰਾਜ ਕਹਿੰਦੇ ਸਗਲ ਬਟਰੀਆ ਬਿਰਖ ਇੱਕ ਤਰੀਆ ਬਹੁ ਬੰਦੇ ਭਰੀਆ, ਕਿ ਸਾਰੇ ਜਿਹੜੇ ਆ ਮੁਸਾਫਰ ਆ ਇਸ ਸੰਸਾਰ ਵਿੱਚ ਜਿਹੜੇ ਆਇਆ, ਉਹ ਇੱਕ ਦਰਖਤ ਦੀ ਛਾਂ ਹੇਠਾਂ ਬੈਠ ਗਏ। ਸਗਲ ਬਟਰੀਆ ਬਿਰਖ ਇੱਕ ਤਰੀਆ ਬਹੁ ਬੰਦੇ ਭਰੀਆ। ਫਿਰ ਉਹ ਇੱਕ ਦੂਸਰੇ ਨਾਲ ਬੰਧਨਾਂ ਦੇ ਵਿੱਚ ਪੈ ਗਏ। ਉਹ ਹੈਗਾ ਜੀਵਨ ਦਾ ਜਿਹੜਾ ਦਰਖਤ ਆ, ਸਾਡਾ ਜਿਹੜਾ ਪਰਿਵਾਰ ਆ, ਸਮਾਜ ਆ, ਅਸੀਂ ਸਾਰੇ ਜੀਵਨ ਦੇ ਵਿੱਚ ਇੱਕ ਦਰਖਤ ਦੇ ਥੱਲੇ ਬੈਠੇ ਹੋਏ ਹਾਂ। ਇੱਕ ਦੂਸਰੇ ਨੂੰ ਕੋਈ ਪੁੱਛਦਾ ਨਹੀਂ ਕਿ ਤੂੰ ਕਿੱਥੋਂ ਆਇਆ, ਤੂੰ ਕੌਣ ਆ ਅਸਲ ਵਿੱਚ, ਅਤੇ ਇੱਦਾਂ ਦੀ ਵਿਚਾਰ ਨਹੀਂ ਕੋਈ ਕਰਦਾ। ਸਾਰੇ ਮੁਸਾਫਰ ਫਿਰ ਹੌਲੀ ਹੌਲੀ ਉੱਠ ਕੇ ਉਸ ਦਰਖਤ ਨੂੰ ਛੱਡ ਕੇ ਚਲੇ ਜਾਂਦੇ ਆ। ਪਰ ਇੱਥੇ ਗੱਲ ਕੀਤੀ ਹੋਈ ਸੀਗੀ ਕਿ ਉੱਪਰ ਨੂੰ ਜਿਹੜੀਆਂ ਸਾਡੀਆਂ ਜੜ੍ਹਾਂ ਆ, ਥੱਲੇ ਨੂੰ ਸ਼ਾਖਾਂ ਨੇ। ਅਤੇ ਫਿਰ ਇੱਕ ਗੁਰਮੁਖਾਂ ਨੇ ਈਮੇਲ 'ਤੇ ਬੜਾ ਵਧੀਆ ਜਵਾਬ ਦਿੱਤਾ ਸੀਗਾ, ਉਹ ਵੀ ਬਹੁਤ ਕਲੋਜ਼ ਸੀਗਾ ਇਸ ਆਨਸਰ ਦੇ। ਉਹ ਸੀਗਾ ਕਿ ਗੁਰਬਾਣੀ ਦੇ ਵਿੱਚ ਆਉਂਦਾ ਆ, ਉਰਦ ਮੂਲ ਜਿਸ ਸਾਖ ਤਲਾਹਾ, ਚਾਰ ਬੇਦ ਜਿਤ ਲਾਗੇ, ਸਹਿਜ ਪਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ। ਕਿ ਇੱਕ ਐਸਾ ਦਰਖਤ ਆ ਜਿਹਦੇ ਜੜ੍ਹਾਂ ਉੱਪਰ ਨੂੰ ਆ, ਉਹਦੇ ਵੀ ਟਾਹਣੀਆਂ ਥੱਲੇ ਨੂੰ ਆ, ਅਤੇ ਉਹਨੂੰ ਚਾਰ ਬੇਦਾਂ ਦੇ ਰੂਪ ਦੇ ਵਿੱਚ, ਚਾਰ ਜਿਹੜੇ ਬੇਦ ਆ ਉਹਨੂੰ ਫਲ ਲੱਗੇ ਹੋਏ ਆ। ਸਹਿਜ ਪਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ। ਕਹਿੰਦੇ ਕਿ ਜਦੋਂ ਅਸੀਂ ਸਹਿਜ ਵਿੱਚ ਜਾਂਦੇ ਹਾਂ ਅਤੇ ਉਸ ਦਰਖਤ ਕੋਲ ਪਹੁੰਚਦੇ ਹਾਂ, ਅਤੇ ਸਾਡੀ ਪਾਰ ਬ੍ਰਹਮ ਨਾਲ ਲਿਵ ਜਿਹੜੀ ਲੱਗ ਜਾਂਦੀ ਹੈ। ਉਹ ਅਸਲ ਵਿੱਚ ਉਹ ਜਿਹੜਾ ਦਰਖਤ ਆ, ਉਹ ਕਹਿ ਦਿੱਤਾ ਨਾਮ ਨੂੰ, ਉਹ ਪਾਰਜਾਤ ਦਰਖਤ ਦੀ ਗੱਲ ਕੀਤੀ ਹੋਈ ਹੈ, ਜਿਹਨੂੰ ਮਹਾਰਾਜ ਕਹਿੰਦੇ ਪਾਰਜਾਤ ਇਹੋ ਹਰ ਕੋ ਨਾਮ। ਉਹਨੂੰ ਸੁਰਧਰ ਵੀ ਕਹਿ ਦਿੱਤਾ ਹੈ ਗੁਰਬਾਣੀ ਦੇ ਵਿੱਚ। ਅਤੇ ਕੀ ਹੁੰਦਾ ਹੈ, ਨਾਮ ਜਿਹੜਾ ਆ, ਜਦੋਂ ਅਸੀਂ ਉਹਦੇ ਨਾਲ ਜੁੜਦੇ ਹਾਂ
ਜਿਵੇਂ ਇੱਥੇ ਕਹਿ ਦਿੱਤਾ ਕਿ ਉਰਦ ਮੂਲ ਜਿਸ ਸਾਖ ਤਲਾਹਾਂ 4 ਵੇਦ ਜਿਤ ਲਾਗੇ, ਉਹਨੂੰ 4 ਵੇਦਾਂ ਦਾ ਜਿਹੜਾ ਫਲ ਲੱਗਾ ਹੋਇਆ, ਅਰਥਾਤ ਕਿ ਜਿਹੜਾ ਵੇਦ ਹੁੰਦਾ ਆ ਉਹ ਹੈ ਚੌਥੇ ਪਦ ਦੀ ਜਿਹੜੀ ਬਾਣੀ ਆ, ਚੌਥੇ ਪਦ ਦਾ ਗਿਆਨ। ਅਤੇ ਮਹਾਰਾਜ ਨੇ ਦੱਸਿਆ ਹੋਇਆ ਕਿ ਜੇ ਅਸੀਂ ਉਸ ਨਾਮ ਨਾਲ ਜੁੜ ਜਾਂਦੇ ਹਾਂ ਤਾਂ ਸਾਨੂੰ ਉਹ ਫਲ ਬ੍ਰਹਮ ਦਾ ਗਿਆਨ, ਚੌਥੇ ਪਦ ਦਾ ਗਿਆਨ ਪ੍ਰਾਪਤ ਹੁੰਦਾ, ਜਿਹਨੂੰ ਮਹਾਰਾਜ ਕਹਿੰਦੇ ਆ ਕਿ ਨਿਜ ਪਦ ਦੇ ਉੱਤੇ ਸਾਨੂੰ ਨਾਮ ਪ੍ਰਾਪਤ ਹੁੰਦਾ। ਕਹਿੰਦੇ ਨਿਜ ਪਦ ਉੱਪਰ ਲਾਗੋ ਧਿਆਨ, ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ। ਤਾਂ ਫਿਰ ਮਹਾਰਾਜ ਨੇ ਕਹਿ ਦਿੱਤਾ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਕਿ ਜਿਹੜੇ ਗੁਰਮੁਖ ਨਾਦ ਵਿੱਚ ਸਮਾ ਜਾਂਦੇ ਆ ਉਹਨਾਂ ਦੇ ਫਿਰ ਜਿਹੜੇ ਬਚਨ ਆਉਂਦੇ ਆ ਰਸਨਾ ਤੋਂ, ਉਹ ਹੈ ਚੌਥੇ ਪਦ ਦਾ ਗਿਆਨ, ਚੌਥੇ ਪਦ ਦੀ ਬਾਣੀ, ਉਹ ਵੇਦ ਦਾ ਰੂਪ ਧਾਰਨ ਕਰਦੇ ਆ। ਤਾਂ ਉੱਥੇ ਕਹਿ ਦਿੱਤਾ ਕਿ ਉਰਦ ਮੂਲ ਜਿਸ ਸਾਖ ਤਲਾਹਾਂ 4 ਵੇਦ ਜਿਤ ਲਾਗੇ। ਉਹ ਫਿਰ ਜਦੋਂ ਅਸੀਂ 10ਵੇਂ ਦੁਆਰ ਦੇ ਵਿੱਚ ਉੱਪਰ ਜਾਂਦੇ ਹਾਂ ਉੱਥੋਂ ਸਾਨੂੰ ਨਾਮ ਪ੍ਰਾਪਤ ਹੁੰਦਾ ਹੈ, ਅਤੇ ਜਦੋਂ ਉਸ ਨਾਮ ਦੇ ਨਾਲ ਜੁੜਦੇ ਹਾਂ ਸਾਨੂੰ ਇਹ ਬ੍ਰਹਮ ਦਾ ਗਿਆਨ, ਚੌਥੇ ਪਦ ਦਾ ਗਿਆਨ ਵੇਦਾਂ ਦੇ ਰੂਪ ਦੇ ਵਿੱਚ ਮਿਲਦਾ ਆ। ਸਹਿਜ ਪਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ। ਉਸੇ ਸ਼ਬਦ ਦੇ ਵਿੱਚ ਫਿਰ ਕਹਿ ਦਿੱਤਾ ਪਾਰ ਜਾਤ ਘਰ ਆਂਗਨ ਮੇਰਾ ਬਹੁਪ ਪੱਤਰ ਤਤ ਡਾਲਾ, ਕਿ ਉਹ ਫਿਰ ਪਾਰਜਾਤ ਸਾਡੇ ਆਂਗਣ ਦੇ ਵਿੱਚ ਹੀ ਆ। ਸਰਬ ਜੋਤ ਨਿਰੰਜਨ ਸੰਭੂ ਛੋਡੋ ਬਹੁਤ ਜੰਜਾਲਾ, ਕਿ ਜਿਹੜੇ ਜੰਜਾਲ ਆ ਅਸੀਂ ਫਿਰ ਛੱਡ ਦਿੰਦੇ ਹਾਂ ਅਤੇ ਉਹ ਪ੍ਰਮਾਤਮਾ ਦੀ ਜੋਤ ਹਰੇਕ ਜਗ੍ਹਾ ਪ੍ਰਗਟ ਹੋ ਜਾਂਦੀ ਸਾਡੇ ਲਈ। ਸੋ ਉੱਥੇ ਪਾਰਜਾਤ ਉਸ ਨਾਮ ਨੂੰ ਕਿਹਾ। ਅਤੇ ਫਿਰ ਮਹਾਰਾਜ ਨੇ ਇਹ ਸਾਨੂੰ ਗਿਆਨ ਦਿੱਤਾ ਹੋਇਆ। ਇੱਥੇ ਜੋ ਹੈ ਕਿ ਸਾਡੇ ਸਰੀਰ ਦੀ ਗੱਲ ਆ ਕਿ ਤਲੇਰੇ ਬੈਸਾ ਉੱਪਰ ਸੂਲਾ ਤੇ ਇਸਕੈ ਪੇੜ ਲਗੇ ਫਲ ਫੂਲਾ। ਸੋ ਫਿਰ ਇਸੇ ਸ਼ਬਦ ਨੂੰ ਹੁਣ ਵਿਸਤਾਰ ਦੇ ਨਾਲ ਜੋ ਅਸੀਂ ਵਿਚਾਰਦੇ ਹਾਂ ਕਿ ਸਾਡਾ ਜਿਹੜਾ ਇਹ ਸਰੀਰ ਆ ਦਰਖਤ ਆ। ਫਿਰ ਮਹਾਰਾਜ ਕਹਿੰਦੇ ਘੋੜਾ ਚਰ ਪੈਸ ਚੜਾਵਨ ਜਾਏ, ਕਿ ਘੋੜੇ 'ਤੇ ਚੜ੍ਹ ਕੇ ਨਾ ਜਿਹੜੀ ਭੈਂਸ ਆ ਉਹ ਚਾਰਾ ਲੈਣ ਜਾਂਦੀ ਆ। ਹੁਣ ਸਾਡਾ ਮਨ ਜਿਹੜਾ ਆ ਇਹਨੂੰ ਇੱਥੇ ਭੈਂਸ ਕਹਿ ਦਿੱਤਾ ਆ, ਮੱਝ ਕਹਿ ਦਿੱਤਾ ਆ, ਅਤੇ ਘੋੜਾ ਸਾਡਾ ਇਹ ਸਰੀਰ ਆ। ਮਹਾਰਾਜ ਕਹਿੰਦੇ ਆ ਘੋੜੀ ਤੇਜਣ ਦੇਹ, ਇਹ ਜਿਹੜੀ ਸਾਡੀ ਦੇਹ ਆ ਸਰੀਰ, ਇਹ ਪ੍ਰਮਾਤਮਾ ਨੇ ਉਤਪੰਨ ਕੀਤੀ ਹੈ। ਘੋੜੀ ਤੇਜਣ ਦੇ ਰਾਮ ਉਪਾਈਆ ਰਾਮ, ਜਿਤ ਹਰ ਪ੍ਰਭ ਜਾਪੈ ਸਾ ਧਨ ਧਨ ਤੁਖਾਈਆ ਰਾਮ। ਕਹਿੰਦੇ ਕਿ ਉਹ ਸਰੀਰ ਘੋੜਾ ਉਹ ਧਨ ਆ ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰਦਾ ਆ। ਇਸ ਘੋੜੇ 'ਤੇ ਸਵਾਰ ਸਾਡਾ ਮਨ ਆ, ਮਨ ਨੂੰ ਭੈਂਸ ਕਹਿ ਦਿੱਤਾ। ਇਹ ਜਿਹੜਾ ਸਾਡਾ ਸਰੀਰ ਹੈ ਘੋੜਾ ਆ। ਹੋਰ ਸ਼ਬਦ ਦੇ ਵਿੱਚ ਲੈ ਲਓ, ਕਹਿੰਦੇ ਦੇ ਘੋੜੀ ਜੀ ਜਿਤ ਹਰ ਪਾਇਆ ਰਾਮ, ਮਿਲ ਸਤਿਗੁਰ ਜੀ ਮੰਗਲ ਗਾਇਆ ਰਾਮ। ਕਹਿੰਦੇ ਕਿ ਇਹ ਜਿਹੜੀ ਦੇਹ ਆ ਸਾਡੀ ਇਹ ਘੋੜੀ ਆ ਜਿਸ 'ਤੇ ਚੜ੍ਹ ਕੇ ਅਸੀਂ ਪ੍ਰਮਾਤਮਾ ਨੂੰ ਮਿਲਣਾ ਆ। ਹੁਣ ਇੱਥੇ ਕੀ ਹੁੰਦਾ ਹੈ, ਕਿਉਂਕਿ ਭਗਤ ਕਬੀਰ ਜੀ ਨੇ ਦੱਸਿਆ ਹੋਇਆ ਕਿ ਇਹ ਮਨ ਜਿਹੜਾ ਸਾਡਾ ਭੈਂਸ ਦੇ ਰੂਪ ਦੇ ਵਿੱਚ ਬਾਹਰ ਚਾਰਾ ਲਈ ਜਾਂਦਾ। ਇੱਥੇ ਸਾਡੇ ਮਨ ਨੂੰ ਕਦੇ ਮੱਛੀ ਕਹਿ ਦਿੱਤਾ, ਕਦੇ ਸ਼ੇਰ ਕਹਿ ਦਿੱਤਾ, ਕਦੇ ਭੈਂਸ ਕਹਿ ਦਿੱਤਾ। ਇਹ ਜਿਹੜਾ ਮਨ ਆ ਸਾਡਾ ਇਹ ਹੁਕਮ ਦੇ ਵਿੱਚ ਨਹੀਂ ਚੱਲ ਰਿਹਾ, ਇਹ ਚਾਰਾ ਬਾਹਰ ਲੈਣ ਜਾਂਦਾ ਆ। ਜਦੋਂ ਅਸੀਂ ਗਿਆਨ ਇੰਦਰੀਆਂ ਦੁਆਰਾ ਇੱਧਰ ਬਾਹਰ ਵਿਚਰਦੇ ਹਾਂ, ਸਾਡੇ ਸੰਸਾਰ ਦੇ ਵਿੱਚ ਅਸੀਂ ਚੱਲਦੇ ਫਿਰਦੇ ਹਾਂ, ਅਸੀਂ ਚਾਰਾ ਲੱਭਦੇ ਹਾਂ ਆਪਣੇ ਮਨ ਨੂੰ ਸੰਤੁਸ਼ਟ ਕਰਨ ਵਾਸਤੇ। ਪਰ ਇਹਨੂੰ ਜਿੰਨਾ ਚਿਰ ਤੱਕ ਅੰਦਰੋਂ ਅੰਮ੍ਰਿਤ ਰਸ ਨਹੀਂ ਮਿਲਦਾ, ਇਹਦੀ ਜਿਹੜੀ ਤ੍ਰਿਸ਼ਨਾ ਦੀ ਭੁੱਖ ਆ ਉਹ ਖਤਮ ਨਹੀਂ ਹੋਣੀ। ਫਿਰ ਮਹਾਰਾਜ ਕਹਿੰਦੇ ਆ ਕੋਰੇ ਚਰ ਭੈਸ ਚਰਾਵਨ ਜਾਏ, ਬਾਹਰ ਬੈਲ ਗੋਨ ਘਰ ਆਏ। ਕਹਿੰਦੇ ਕਿ ਜਿਹੜਾ ਬਾਹਰ ਆ ਇਹ ਬੈਲ ਚਲਿਆ ਜਾਂਦਾ, ਬਲਦ ਫਿਰ ਇਹਨੂੰ ਕਹਿ ਦਿੱਤਾ। ਗੋਨ ਘਰ ਆਏ, ਗੋਨ ਹੁੰਦਾ ਆ, ਇਹਨੂੰ ਪੰਜਾਬੀ ਦੇ ਵਿੱਚ ਛੱਟ ਵੀ ਕਹਿ ਦਿੰਦੇ ਆ। ਇਹ ਜਿਹੜਾ ਗੋਨ ਆ ਇਹਨੂੰ ਇੰਗਲਿਸ਼ ਦੇ ਵਿੱਚ ਡਬਲ ਸੈਕ ਲੋਡਿੰਗ ਲਈ ਕਹਿੰਦੇ ਆ। ਜਿੱਦਾਂ ਕਿ ਜਿਹੜਾ ਬਲਦ ਹੁੰਦਾ ਆ ਉਹਦੇ 'ਤੇ ਭਾਰ ਲੱਦਣਾ ਹੋਵੇ ਅਤੇ ਉਹਦੇ 'ਤੇ ਜਿਵੇਂ ਕੀ ਕਹੀਏ ਪੰਜਾਬੀ ਦੇ ਵਿੱਚ ਕਿ ਦੋਨੋਂ ਪਾਸੇ ਦਾ ਬੋਰੇ ਟੰਗੇ ਹੋਣ ਅਤੇ ਉਹਦੇ ਵਿੱਚ ਭਾਰ ਜਮ੍ਹਾਂ ਕੀਤਾ ਜਾਵੇ, ਉਹਨੂੰ ਕਹਿ ਦਿੱਤਾ ਗੋਨ। ਅਤੇ ਮਹਾਰਾਜ ਕਹਿੰਦੇ ਆ ਕਿ ਜਦੋਂ ਇਹ ਬੈਲ ਮਨ ਸੁਰਤੀ ਦੇ ਰੂਪ ਦੇ ਵਿੱਚ ਬਾਹਰ ਚਲੇ ਜਾਂਦਾ ਆ ਅਤੇ ਇਹਦਾ ਜਿਹੜਾ ਲੋਡ ਆ, ਭਾਰ ਜਿਹੜਾ ਇਹਨੇ ਚੱਕਿਆ ਹੁੰਦਾ, ਉਹ ਆਪਣੇ ਆਪ ਹੀ ਇਸ ਘਰ ਦੇ ਵਿੱਚ ਆ ਜਾਂਦਾ। ਹੁਣ ਇਹ ਥੋੜ੍ਹਾ ਜਿਹਾ ਅਸੀਂ ਬੁੱਝਣਾ ਹੁੰਦਾ ਕਿ ਇਹ ਕਿਵੇਂ।
ਮਹਾਰਾਜ ਨੇ ਤਾਂ ਸਾਨੂੰ ਪਹਿਲਾਂ ਤੋਂ ਸਮਝਾਇਆ ਹੋਇਆ, ਕਾਇਆ ਨਗਰ ਮੈਂ ਕਰਮ ਹਰ ਬੋਵੋ, ਹਰ ਜਾਮੈ ਹਰਿਆ ਖੇਤ। ਕਹਿੰਦੇ ਕਿ ਹਰੀ ਦਾ ਨਾਮ ਆਪਣੇ ਇਸ ਕਾਇਆ ਨਗਰੀ ਦੇ ਵਿੱਚ ਬੀਜੋ, ਹਰਿਆ ਭਰਿਆ ਖੇਤ ਹੋਵੇ। ਮਨੁਆ ਅਸਥਿਰ ਬੈਲ ਮਨ ਜੋਵੋ, ਹਰ ਸਿੰਚੋ ਗੁਰਮਤਿ ਜੇਤ। ਅਤੇ ਇਹ ਜਿਹੜਾ ਸਾਡਾ ਬਲਦ ਵਾਂਗ ਭੱਜਦਾ ਫਿਰਦਾ ਮਨ, ਕਹਿੰਦੇ ਇਹਨੂੰ ਬੰਨ੍ਹ ਲਓ ਤੁਸੀਂ। ਅਤੇ ਗੁਰਮਤਿ ਦਾ ਜਿਹੜਾ ਸਿੱਖਿਆ ਹੈ ਉਸ ਦੁਆਰਾ ਅਸੀਂ ਫਿਰ ਇਸ ਖੇਤ ਨੂੰ ਅਸੀਂ ਹਰੀ ਦੇ ਨਾਮ ਦਾ ਜਿਹੜਾ ਜਲ ਆ ਉਹ ਦੇ ਸਕਦੇ ਹਾਂ, ਅਤੇ ਗੁਰਮਤਿ ਦੇ ਗਿਆਨ ਦੁਆਰਾ ਅਸੀਂ ਇਸ ਮਨ ਨੂੰ ਥਿਰ ਕਰ ਸਕਦੇ ਹਾਂ। ਹੁਣ ਮਹਾਰਾਜ ਨੇ ਫਿਰ ਨਾਲ ਸਮਝਾਇਆ, ਮਨ ਕਰ ਬੈਲ ਸੁਰਤ ਕਰ ਪੈਡਾ, ਗਿਆਨ ਗੋਨ ਭਰ ਡਾਰੇ। ਕਹਿੰਦੇ ਕਿ ਗਿਆਨ ਦਾ ਜਿਹੜਾ ਭੰਡਾਰਾ ਆ ਉਹ ਅਸੀਂ ਇਸ ਬੈਲ 'ਤੇ ਚਾੜ੍ਹ ਦਿੱਤਾ। ਅਤੇ ਜਦੋਂ ਅਸੀਂ ਗਿਆਨ ਨਹੀਂ ਲੈਂਦੇ, ਸਾਡਾ ਇਹ ਮਨ ਰੂਪ ਜਿਹੜਾ ਬੈਲ ਬਣਿਆ ਪਿਆ ਆ, ਇਹ ਬਾਹਰ ਸੁਰਤੀ ਦੁਆਰਾ ਜਾਂਦਾ ਆ। ਜਦੋਂ ਅਸੀਂ ਦੇਖਦੇ ਹਾਂ ਸੰਸਾਰ ਨੂੰ, ਗਿਆਨ ਇੰਦਰੀਆਂ ਦੁਆਰਾ ਅਸੀਂ ਦੇਖਦੇ ਹਾਂ, ਜਾਂ ਬਾਹਰ ਕੋਈ ਗੱਲ ਸੁਣਦੇ ਹਾਂ, ਗਿਆਨ ਇੰਦਰੀਆਂ ਦਾ ਇਸਤੇਮਾਲ ਕਰਕੇ ਅਸੀਂ ਕੋਈ ਕਰਮ ਕਰਦੇ ਹਾਂ, ਜਾਂ ਰਸਨਾ ਦੁਆਰਾ ਅਸੀਂ ਕੁਝ ਖਾਂਦੇ ਹਾਂ। ਅਤੇ ਕੀ ਹੁੰਦਾ ਹੈ ਕਿ ਸਾਨੂੰ ਜੋ ਵੀ ਗਿਆਨ ਪੰਜਾਂ ਗਿਆਨ ਇੰਦਰੀਆਂ ਰਾਹੀਂ ਮਿਲਦਾ ਆ, ਉਹ ਸਾਡੇ ਇਸ ਘਰ ਦੇ ਵਿੱਚ ਜਮ੍ਹਾਂ ਹੁੰਦਾ। ਤਾਂ ਕਹਿ ਦਿੱਤਾ ਕਿ ਬਾਹਰ ਬੈਲ ਗੋਨ ਘਰ ਆਏ। ਜਿਵੇਂ ਜੇ ਜੀਵ TV ਵੀ ਦੇਖਦਾ ਹੈ, ਉਸ ਵੇਲੇ ਤੁਸੀਂ ਦੇਖੋਗੇ ਕਿ ਜਿਹੜੇ ਸੰਸਾਰ ਵਿੱਚ ਲੋਕ ਆ, ਉਹ ਜਦੋਂ TV ਦੇਖਦੇ ਆ ਜਾਂ ਕੁਛ, ਅਤੇ ਉਹਨਾਂ ਦੀ ਸੁਰਤੀ ਇੰਨੀ ਵਿੱਚ ਚੁੱਭ ਜਾਂਦੀ ਆ ਕਿ ਉਹਨਾਂ ਨੂੰ ਕੋਈ ਬੁਲਾਵੇ ਵੀ ਤਾਂ ਵੀ ਉਹਨਾਂ ਨੂੰ ਪਤਾ ਨਹੀਂ ਲੱਗਦਾ। ਇੱਦਾਂ ਹੀ ਉਹ ਜੋ ਇਨਫੋਰਮੇਸ਼ਨ ਉੱਥੋਂ ਆਉਂਦੀ ਆ, ਅੱਖਾਂ ਰਾਹੀਂ ਦੇਖ ਰਹੇ ਆ, ਕੰਨਾਂ ਰਾਹੀਂ ਸੁਣ ਰਹੇ ਆ, ਉਹ ਸਾਡੇ ਇਸ ਘਰ ਦੇ ਵਿੱਚ ਜਮ੍ਹਾਂ ਹੋ ਜਾਂਦਾ। ਉਹ ਭਾਰ ਅਸੀਂ ਚੱਕੀ ਜਾਂਦੇ ਹਾਂ ਦ੍ਰਿਸ਼ਟਮਾਨ ਦਾ ਫੁਰਨਿਆਂ ਦੇ ਰੂਪ ਦੇ ਵਿੱਚ। ਇਹ ਸਾਡੀ ਹਾਲਤ ਆ। ਅਤੇ ਜਿੰਨਾ ਚਿਰ ਤੱਕ ਅਸੀਂ ਆਪਣੇ ਇਸ ਮਨ ਨੂੰ ਕਾਬੂ ਨਹੀਂ ਕਰਦੇ, ਇਹਨੂੰ ਗਿਆਨ ਦੀ ਮੱਤ ਨਹੀਂ ਦਿੰਦੇ, ਇਹ ਘਰ ਦੇ ਵਿੱਚ ਬਹਿਣਾ ਨਹੀਂ ਸਿੱਖਦਾ। ਤਾਂ ਮਹਾਰਾਜ ਕਹਿੰਦੇ ਆ ਕਿ ਇਹ ਮਨੁਆ ਕਿਉਂ ਘਰ ਵਸ ਆਵੇ, ਗੁਰਪ੍ਰਸਾਦੀ ਠਾਕੀ ਹੈ ਗਿਆਨ ਮਤੀ ਘਰ ਆਵੇ। ਕਿ ਗੁਰੂ ਦੀ ਕਿਰਪਾ ਦੁਆਰਾ ਇਹਨੂੰ ਰੋਕਣਾ ਹੁੰਦਾ ਸਿਮਰਨ ਕਰਕੇ, ਅਤੇ ਗਿਆਨ ਦੀ ਮੱਤ ਦੇ ਕੇ ਇਹਨੂੰ ਅਸੀਂ ਆਪਣੇ ਘਰ ਵਿੱਚ ਵਸਾ ਸਕਦੇ ਹਾਂ। ਫਿਰ ਭਗਤ ਕਬੀਰ ਜੀ ਕਹਿੰਦੇ, ਕਹਿਤ ਕਬੀਰ ਜੋ ਇਸ ਪਦ ਬੂਝੈ, ਰਾਮ ਰਮਤ ਤਿਸ ਸਭ ਕਿਛ ਸੂਝੈ। ਭਗਤ ਕਬੀਰ ਜੀ ਕਹਿੰਦੇ ਕਿ ਜੋ ਇਸ ਪਦ ਨੂੰ ਅਵਸਥਾ ਨੂੰ ਬੁੱਝ ਲਊਗਾ ਨਾ, ਕਹਿੰਦੇ ਰਾਮ ਦੇ ਵਿੱਚ ਰਮਿਆ ਜਾਏ, ਉਹਨੂੰ ਸਾਰੀ ਸੋਝੀ ਹੋ ਜੂਗੀ। ਸੋ ਇਸ ਤਰੀਕੇ ਦੇ ਨਾਲ ਜਿਹੜਾ ਆਨਸਰ ਸੀਗਾ ਪਿਛਲੇ ਹਫ਼ਤੇ ਦੇ ਬੁਝਾਰਤ ਪਾਈ ਸੀਗੀ, ਉਹ ਇਹੀ ਸੀਗਾ ਕਿ ਸਾਡੇ ਸਰੀਰ ਨੂੰ ਦਰਖਤ ਕਿਹਾ ਹੋਇਆ, ਮਨ ਸਾਡਾ ਜਿਹੜਾ ਪੰਛੀ ਹੈ ਇਹਦੇ ਵਿੱਚ ਵੱਸਦਾ। ਅਤੇ ਅਸੀਂ ਕੋਸ਼ਿਸ਼ ਕਰਨੀ ਹੈ ਕਿ ਉਸੇ ਸ਼ਬਦ ਨਾਲ ਜੁੜਨਾ ਆ ਜੋ ਨਾਮ ਆ, ਅਤੇ ਫਿਰ ਅਸੀਂ ਇਸ ਸਰੀਰ ਨੂੰ ਛੱਡਣਾ ਸਿੱਖੀਏ, ਆਪਣੇ ਘਰ ਵਿੱਚ ਜਾਣਾ ਸਿੱਖੀਏ। ਜਿੰਨਾ ਚਿਰ ਤੱਕ ਸਾਡੇ ਸਵਾਸ ਨੇ ਸਾਨੂੰ ਇੱਥੇ ਵਾਰ-ਵਾਰ ਤਾਂ ਆਉਣਾ ਪੈਣਾ, ਕਰਮ ਕਰਨ ਲਈ ਸਾਨੂੰ ਇਸ ਬਾਡੀ ਨੂੰ ਪਾਲਣਾ ਪੈਣਾ। ਪਰ ਜਿਹੜਾ ਸਾਡਾ ਮਨ ਆ, ਜੇਕਰ ਉਹ ਇੱਕ ਵਾਰੀ ਨਾਮ ਨੂੰ ਸੁਣਨਾ ਗਿੱਝ ਜਾਏ, ਨਾਮ ਨੂੰ ਮੰਨ ਜਾਏ, ਅਤੇ ਨਾਮ ਦੇ ਨਾਲ ਜੁੜ ਕੇ ਫਿਰ ਉਹ ਆਖਰਕਾਰ ਜਦੋਂ ਇਸ ਐਂਡ ਸਮੇਂ ਉਡਾਰੀ ਮਾਰਨੀ ਹੈ ਸਰੀਰ ਤੋਂ, ਫਿਰ ਇਹਨੂੰ ਮੁੜ ਕੇ ਨਹੀਂ ਕਦੇ ਕਿਸੇ ਦਰਖਤ 'ਤੇ ਜਾ ਕੇ ਬਹਿਣਾ ਪਊਗਾ। ਇਹ ਸਾਡਾ ਮਨ ਜਿਹੜਾ ਫਿਰ ਸੱਚ ਵਿੱਚ ਸਮਾਊਗਾ। ਸੋ ਮਹਾਰਾਜ ਨੇ ਕਿਰਪਾ ਕੀਤੀ। ਜੇ ਚਾਹੁੰਦੇ ਤਾਂ ਅਸੀਂ ਇੱਕ ਹੋਰ ਬੁਝਾਰਤ ਪਾ ਲੈਂਦੇ ਜੋ ਫਿਰ ਅਗਲੇ ਹਫ਼ਤੇ ਬੁੱਝ ਸਕਦੇ ਹਾਂ ਸਾਰੇ। ਕਿ ਮਹਾਰਾਜ ਨੇ ਦੱਸਿਆ ਹੋਇਆ, ਹੁਣ ਥੋੜ੍ਹਾ ਜਿਹਾ ਦੱਸ ਦਿੰਦੇ ਹਾਂ ਕਿ ਜਦੋਂ ਗੁਰਬਾਣੀ ਦੀ ਵਿਚਾਰ ਕਰਨੀ ਹੁੰਦੀ ਹੈ, ਕਈ ਵਾਰੀ ਖੋਜ ਕਰਨ ਬੜਾ ਚਿਰ ਲੱਗਦਾ ਹੈ। ਅਤੇ ਗੁਰਬਾਣੀ ਦੀ ਖੋਜ ਕਰਦੇ ਹਾਂ ਜਾਂ ਅਸੀਂ ਆਪਣੇ ਸਰੀਰ ਦੀ ਖੋਜ ਕਰਦੇ ਹਾਂ, ਟਾਈਮ ਲੱਗਦਾ ਤਾਂ ਹੁੰਦਾ ਹੈ, ਸਹਿਜ ਵਿੱਚ ਜਾਣਾ ਪੈਂਦਾ। ਅਤੇ ਜਿਹੜੇ ਗੁਰਮੁਖ ਜਨ ਹੁੰਦੇ ਆ, ਉਹ ਸਾਰੇ ਗੁਰਬਾਣੀ ਦੀ ਵਿਚਾਰ ਕਰਦੇ ਆ। ਕਈ ਗੁਰਮੁਖਾਂ ਦੀ ਐਸੀ ਅਵਸਥਾ ਹੁੰਦੀ ਹੈ ਕਿ ਉਹਨਾਂ ਨੂੰ ਅੰਦਰੋਂ ਭੇਦ ਆਉਂਦਾ ਹੈ, ਕੋਈ ਉਹਨਾਂ ਦਾ ਐਸਾ ਅਭਿਆਸ ਹੁੰਦਾ ਹੈ ਕਿ ਉਹ ਬੁੱਝ ਲੈਂਦੇ ਆ ਕਿ ਆਹ ਸ਼ਬਦ ਜਿਹੜਾ ਮਹਾਰਾਜ ਨੇ ਉਚਾਰਨ ਕੀਤਾ ਭਵਿੱਖਬਾਣੀ ਦਾ ਆ ਜਾਂ ਪਿਛੋਕੜ ਦਾ ਦੱਸਿਆ ਹੋਇਆ ਹੈ। ਅਤੇ ਗੁਰਮੁਖ ਜਨ ਜਿਹੜੇ ਆ, ਉਹ ਇੱਦਾਂ ਗੁਰਬਾਣੀ ਦੀ ਵਿਚਾਰ ਕਰਦੇ ਆ ਗੁਰਬਾਣੀ ਦੇ ਰਾਹੀਂ। ਕਈ ਵਾਰੀ ਕੀ ਹੁੰਦਾ ਹੈ, ਕਈ ਸ਼ਬਦ ਐਸੇ ਆ ਜਿਹੜੇ ਸਾਡੇ ਭਾਸ਼ਾ ਦੇ ਵਿੱਚ ਨਹੀਂ ਸਾਨੂੰ ਯਾਦ ਹੁੰਦੇ, ਜਾਂ ਪੁਰਾਤਨ ਕੋਈ ਭਾਸ਼ਾ ਦੇ ਵਿੱਚ ਹੁੰਦੇ, ਸਾਨੂੰ ਉਹਦਾ ਭੇਦ ਨਹੀਂ ਹੁੰਦਾ। ਜੇਕਰ ਅਸੀਂ ਅਭਿਆਸ ਕਰੀਏ ਅਤੇ ਖੋਜ ਕਰੀ ਜਾਈਏ ਤਾਂ ਸਾਨੂੰ ਉਹ ਭੇਦ ਮਿਲ ਜਾਂਦਾ। ਤਾਂ ਹੀ ਮਹਾਰਾਜ ਕਹਿੰਦੇ ਕਿ ਕਈ ਵਾਰੀ ਪੜ੍ਹਿਆਂ ਕੋਲ ਬਹਿਣਾ ਚਾਹੀਦਾ ਆ, ਜਿਨ੍ਹਾਂ ਨੇ ਗਿਆਨ ਵਿੱਦਿਆ ਕੋਈ ਹਾਸਲ ਕੀਤੀ ਹੁੰਦੀ, ਅਤੇ ਜਿਹੜੇ ਗੁਣ ਆ ਉਹ ਧਾਰਨ ਕਰੋ।
ਕਿਸੇ ਤੋਂ ਵੀ ਗੁਣ ਮਿਲਦਾ ਹੋਵੇ। ਜ਼ਿਆਦਾਤਰ ਜਿਹੜੇ ਅਰਥ ਕਰਦੇ ਆ ਟੀਕਾਕਾਰ ਅਤੇ ਉਂਝ ਉਹ ਪ੍ਰੈਕਟੀਕਲ ਕਿਸੇ ਦਾ ਘੱਟ ਹੁੰਦਾ, ਕੋਈ ਵਿਆਕਰਣ ਮੁਤਾਬਕ ਕਰਦਾ ਹੈ, ਕੋਈ ਕਿਸੇ ਤਰ੍ਹਾਂ ਅਰਥ ਕਰਦਾ ਆ। ਅਤੇ ਜਿਹੜੇ ਗੁਰਮੁਖ ਜਨ ਹੁੰਦੇ ਆ ਕੋਸ਼ਿਸ਼ ਕਰਦੇ ਹੁੰਦੇ ਆ ਕਿ ਜਦੋਂ ਅਭਿਆਸ ਅਸੀਂ ਕਰਨਾ ਆ ਕਿ ਅਸੀਂ ਪ੍ਰੈਕਟੀਕਲ ਕਰਨਾ, ਫਿਰ ਪ੍ਰੈਕਟੀਕਲ ਦੇ ਮੁਤਾਬਕ ਜਿਉਂ-ਜਿਉਂ ਅਭਿਆਸ ਕਰਦੇ ਆ ਸਹੀ ਤਰੀਕੇ ਦੇ ਨਾਲ ਗੁਰੂ ਦੀ ਮੱਤ ਅਨੁਸਾਰ ਸੰਗਤ ਕਰਦੇ ਕਰਦੇ ਅਤੇ ਉਹਨਾਂ ਨੂੰ ਕਾਫੀ ਭੇਦ ਆਉਣ ਲੱਗ ਪੈਂਦਾ ਗੁਰਬਾਣੀ ਦਾ। ਟਾਈਮ ਤਾਂ ਕਾਫੀ ਹੋ ਗਿਆ, ਉਂਝ ਐਕਸਪਲੇਨ ਕਰ ਦਿੰਦੇ ਆ ਕਿ ਪ੍ਰੈਕਟੀਕਲ ਕਰਨਾ ਬਹੁਤ ਜ਼ਰੂਰੀ ਆ, ਨਹੀਂ ਤਾਂ ਸਮਝ ਨਹੀਂ ਆਉਂਦੀ। 5 ਸ਼ਬਦਾਂ ਦੀ ਗੱਲ ਆਊਗੀ ਅਤੇ ਅਸੀਂ ਕਦੇ ਸੁਣੇ ਨਹੀਂ ਅਤੇ ਅਸੀਂ ਦੱਸ ਨਹੀਂ ਸਕਦੇ ਕਿਸੇ ਨੂੰ। ਤਾਂ ਪ੍ਰੈਕਟੀਕਲ ਮੁਤਾਬਕ ਜਿਹੜੇ ਗੁਰਮੁਖ ਜਾਂਦੇ ਆ ਜਿਉਂ-ਜਿਉਂ ਉਹ ਗਹਿਰਾਈ ਦੇ ਵਿੱਚ ਸਹਿਜ ਵਿੱਚ ਜਾਂਦੇ ਆ, ਕਈ ਵਾਰੀ ਅਰਥ ਹੋਰ ਡੂੰਘੇ ਹੋਰ ਗਹਿਰੇ ਹੋ ਜਾਂਦੇ ਆ। ਤਾਂ ਅਸੀਂ ਕੋਈ ਗੁਰਮੁਖ ਕਦੇ ਦਾਅਵਾ ਵੀ ਨਹੀਂ ਕਰਦਾ ਹੁੰਦਾ ਕਿ ਆਹੀ ਆਖਰੀ ਹੁੰਦਾ ਆ ਅਰਥ, ਉਹ ਹੋਰ ਗਹਿਰਾਈ ਦੇ ਵਿੱਚ ਵੀ ਹੋ ਸਕਦਾ। ਤਾਂ ਅਸੀਂ ਜਿੰਨੀ ਅਸੀਂ ਖੋਜ ਕਰਾਂਗੇ, ਗੁਰਬਾਣੀ ਨੂੰ ਅਗਾਧ ਅਬੋਧ ਕਿਹਾ ਆ, ਅਤੇ ਜਿੰਨੀ ਅਸੀਂ ਖੋਜ ਕਰਾਂਗੇ ਉਨਾ ਹੀ ਹੋਰ ਸਾਨੂੰ ਡੂੰਘਾਈ ਦੇ ਵਿੱਚ ਗਿਆਨ ਮਿਲੂਗਾ। ਗੁਰਬਾਣੀ ਦੀ ਖੋਜ ਕਰੀਏ ਅਤੇ ਆਪਣੇ ਸਰੀਰ ਦੀ ਕਾਇਆ ਦੀ ਖੋਜ ਕਰੀਏ। ਇਸ ਤਰੀਕੇ ਦੇ ਨਾਲ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਦੱਸਿਆ ਹੋਇਆ ਕਿ ਸਾਡਾ ਜਿਹੜਾ ਮਨ ਆ, ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ, ਕਿ ਇਹ ਸਾਡਾ ਮਨ 5 ਦੇ ਝਗੜੇ ਦੇ ਵਿੱਚ ਪੈ ਜਾਂਦਾ ਅਤੇ ਝਗੜੇ ਦੇ ਵਿੱਚ ਪੈ ਕੇ ਨਾ ਇਹ ਆਪਣਾ ਜਨਮ ਗਵਾ ਲੈਂਦਾ। ਹੁਣ ਉਸ ਹੀ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਨੇ ਕਿਹਾ ਹੋਇਆ ਕਿ ਸਾਸ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮ ਡਰੋ ਰੇ, ਕਿ ਸੱਸ ਤੋਂ ਮੈਂ ਦੁਖੀ ਹਾਂ, ਸਸੁਰ ਜਿਹੜਾ ਆ ਸਹੁਰਾ ਉਹ ਬੜਾ ਪਿਆਰ ਕਰਦਾ ਆ, ਅਤੇ ਜੇਠ ਜਿਹੜਾ ਆ ਉਹਦੇ ਨਾਮ ਤੋਂ ਹੀ ਡਰ ਲੱਗਦਾ। ਹੁਣ ਇੱਥੇ ਕਾਫੀ ਨਨਾਣ ਦੇ ਵੀ ਜ਼ਿਕਰ ਆਊਗਾ, ਦੇਵਰ ਦਾ ਵੀ ਜ਼ਿਕਰ ਆਊਗਾ। ਇਹਨਾਂ ਸਾਰਿਆਂ ਦਾ ਖੋਜ ਕਰਨਾ ਬੜਾ ਔਖਾ ਆ, ਗੁਰਬਾਣੀ ਰਾਹੀਂ ਖੋਜ ਕਰਨੀ ਹੈ। ਪਰ ਅਸੀਂ ਇੰਨੀ ਖੋਜ ਕਰ ਲਈਏ ਕਿ ਹਿੰਟ ਦੇ ਦਿੰਦੇ ਹਾਂ ਕਿ ਸੱਸ ਜਿਹੜੀ ਆ ਮਾਇਆ ਆ, ਮਾਇਆ ਦਾ ਜਿਹੜਾ ਪਤੀ ਉਹ ਪ੍ਰਮਾਤਮਾ ਆਪ ਆ, ਉਹ ਹੋਇਆ ਸਹੁਰਾ ਇੱਥੇ। ਹੁਣ ਕਈ ਵਾਰੀ ਗੁਰਬਾਣੀ ਦੇ ਵਿੱਚ ਮਾਇਆ ਕਿਹਾ ਹੋਇਆ, ਇਹੀ ਮਾਇਆ ਨੂੰ ਜਿਹੜੇ ਸੂਖਮ ਆ ਅਤੇ ਅਸਤੂਲ ਆ, ਉਹ ਪ੍ਰਮਾਤਮਾ ਦੀ ਸ਼ਕਤੀ ਆ। ਕਈ ਵਾਰੀ ਮਾਇਆ ਕਿਹਾ ਪ੍ਰਮਾਤਮਾ ਨੂੰ ਕਿ ਤੂੰ ਮੇਰੀ ਮਾਂ ਆ, ਮਾਇਆ ਮਾਂ ਨੂੰ ਵੀ ਕਹਿੰਦੇ ਆ। ਇੱਥੇ ਸੱਸ ਕਹਿ ਦਿੱਤਾ, ਸਾਸ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮ ਡਰੋ ਰੇ। ਇੱਥੇ ਸੱਸ ਦੀ ਗੱਲ ਕੀਤੀ ਮਾਇਆ ਦੀ, ਕਿ ਇਹਦੇ ਕਾਰਨ ਮੈਂ ਦੁਖੀ ਹਾਂ। ਸਹੁਰਾ ਜਿਹੜਾ ਬੜਾ ਪਿਆਰ ਕਰਦਾ ਮੈਨੂੰ, ਜੇਠ ਕੇ ਨਾਮ ਡਰੋ ਰੇ। ਹੁਣ ਜਿਹੜਾ ਸਹੁਰਾ ਹੁੰਦਾ ਆ ਉਹ ਘਰ ਵਾਲੇ ਦਾ ਪਿਤਾ ਆ, ਅਤੇ ਸਾਨੂੰ ਜੇਕਰ ਅਸੀਂ ਇੱਥੇ ਅਰਥ ਇਹ ਲੈਂਦੇ ਹਾਂ ਕਿ ਪ੍ਰਮਾਤਮਾ ਨੂੰ ਹੀ ਪਤੀ ਕਿਹਾ ਆ ਇਸ ਸ਼ਬਦ ਦੇ ਵਿੱਚ, ਅਤੇ ਫਿਰ ਪਤੀ ਨੂੰ ਤਾਂ ਜਨਮ ਦੇਣ ਵਾਲਾ ਕੋਈ ਵੀ ਨਹੀਂ, ਕਿਉਂਕਿ ਪ੍ਰਮਾਤਮਾ ਆਪਣੇ ਆਪ ਤੋਂ ਪ੍ਰਗਟ ਹੋਇਆ। ਇੱਥੇ ਸਹੁਰਾ ਤਾਂ ਕਿਹਾ ਆ, ਨਾਲੇ ਪ੍ਰਮਾਤਮਾ ਨੂੰ ਉਹ ਮਾਇਆ ਦਾ ਪਤੀ ਆ। ਨਾਰਾਇਣ ਮਾਇਆ ਦਾ ਪਤੀ ਹੁੰਦਾ, ਲਕਸ਼ਮੀ ਦਾ ਪਤੀ ਆ। ਲਕਸ਼ਮੀ ਵੀ ਇੱਕ ਮਾਇਆ ਦਾ ਨਾਮ ਆ। ਅਸੀਂ ਇੰਨਾ ਹੀ ਬੁੱਝਣਾ ਆ ਇਸ ਸ਼ਬਦ ਦੇ ਵਿੱਚ ਕਿ ਜੇ ਸਹੁਰਾ ਇੱਥੇ ਉਹਨੂੰ ਰੋਲ ਦਿੱਤਾ ਹੋਇਆ ਆ ਪ੍ਰਮਾਤਮਾ ਨੂੰ, ਫਿਰ ਪਤੀ ਕਿਹਨੂੰ ਕਿਹਾ ਹੋਇਆ। ਬਸ ਇੰਨਾ ਹੀ ਬੁੱਝਣਾ ਆ। ਸੋ ਇਹ ਅਗਲੇ ਹਫ਼ਤੇ ਤਾਈਂ। ਸੋ ਜੇ ਬੋਲਦਿਆਂ ਹੋਏ ਕੋਈ ਵੀ ਮੇਰੇ ਤੋਂ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਿਆ ਹੋਵੇ, ਅਣਜਾਣ ਸਮਝ ਕੇ ਮੁਆਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।